हेलो एवरीवन, मेरा नाम संदीप सिंह कंप्यूटर अध्यापक सरकारी हाई स्कूल रत्ता अबदाल। ਅੱਜ ਦੀ ਮੇਰੀ ਵੀਡੀਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਹੈ। ਸੋ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ 6ਵਾਂ ਚੈਪਟਰ ਹੈਗਾ ਆਪਰੇਟਿੰਗ ਸਿਸਟਮ, ਜਿਹਦੇ ਬਾਰੇ ਅੱਜ ਅਸੀਂ ਜਾਣਕਾਰੀ ਹਾਸਲ ਕਰਾਂਗੇ। ਸੋ ਬੱਚੋ, ਆਪਰੇਟਿੰਗ ਸਿਸਟਮ ਕੀ ਹੁੰਦਾ ਹੈ? ਜਿਹੜਾ ਸਾਡੇ ਕੰਪਿਊਟਰ ਨੂੰ ਚਲਾਉਂਦਾ ਹੈ, ਕੰਪਿਊਟਰ ਦੇ ਸਾਰੇ ਫੰਕਸ਼ਨਾਂ ਨੂੰ ਕੰਟਰੋਲ ਕਰਦਾ ਹੈ, ਅਸੀਂ ਉਹਨੂੰ ਆਪਰੇਟਿੰਗ ਸਿਸਟਮ ਕਹਿੰਦੇ ਆ। ਬਿਨਾਂ ਆਪਰੇਟਿੰਗ ਸਿਸਟਮ ਦੇ ਸਾਡਾ ਕੰਪਿਊਟਰ ਜਿਹੜਾ ਚੱਲ ਨਹੀਂ ਸਕਦਾ। ਸੋ ਮੇਨ ਜਿਹੜਾ ਸਾਡਾ ਕੰਪਿਊਟਰ ਦਾ ਪਾਰਟ ਹੈ ਉਹ ਆਪਰੇਟਿੰਗ ਸਿਸਟਮ ਹੁੰਦਾ ਹੈ ਸੌਫਟਵੇਅਰ ਦੇ ਵਿੱਚ। ਦੂਸਰੇ ਐਪਲੀਕੇਸ਼ਨ ਸੌਫਟਵੇਅਰ ਹੁੰਦੇ ਨੇ ਜਿਨ੍ਹਾਂ ਦੇ ਬਿਨਾਂ ਕੰਪਿਊਟਰ ਚੱਲ ਸਕਦਾ ਹੈ। ਸੋ ਅੱਜ ਅਸੀਂ ਆਪਰੇਟਿੰਗ ਸਿਸਟਮ ਬਾਰੇ ਜਾਣਕਾਰੀ ਹਾਸਲ ਕਰਾਂਗੇ। ਅਸਲ 'ਚ ਆਪਰੇਟਿੰਗ ਸਿਸਟਮ ਜਿਹੜਾ ਹੈਗਾ ਹੈ ਇੰਟਰਫੇਸ ਹੁੰਦਾ ਹੈ ਕੰਪਿਊਟਰ ਯੂਜ਼ਰ ਅਤੇ ਹਾਰਡਵੇਅਰ ਦੇ ਵਿੱਚ। ਠੀਕ ਹੈ, ਸਾਡੇ ਵੱਲੋਂ ਜਿੰਨੀਆਂ ਵੀ ਕੁਐਰੀਜ਼ ਦਿੱਤੀਆਂ ਜਾਂਦੀਆਂ ਨੇ, ਇਨਪੁਟ ਆਊਟਪੁੱਟ ਦੇ ਆਪਰੇਸ਼ਨ ਦਿੱਤੇ ਜਾਂਦੇ ਨੇ, ਉਹ ਆਪਰੇਸ਼ਨ ਹਾਰਡਵੇਅਰ ਦੇ ਉੱਪਰ ਅਪਲਾਈ ਹੁੰਦੇ ਨੇ। ਪਰ ਉਹਨਾਂ ਆਪਰੇਸ਼ਨਸ ਨੂੰ ਹਾਰਡਵੇਅਰ ਦੇ ਉੱਪਰ ਅਪਲਾਈ ਕੌਣ ਕਰਦਾ ਹੈ? ਆਪਰੇਟਿੰਗ ਸਿਸਟਮ। ਅਸੀਂ ਡਾਇਰੈਕਟਲੀ ਹਾਰਡਵੇਅਰ ਨੂੰ ਨਹੀਂ ਯੂਜ਼ ਕਰ ਸਕਦੇ। ਹਾਰਡਵੇਅਰ ਦਾ ਯੂਜ਼ ਸਾਨੂੰ ਆਪਰੇਟਿੰਗ ਸਿਸਟਮ ਦੇ ਥਰੂ ਹੀ ਕਰਨਾ ਪੈਂਦਾ ਹੈ। ਸੋ ਬਿਨਾਂ ਆਪਰੇਟਿੰਗ ਸਿਸਟਮ ਸਾਡਾ ਕੰਪਿਊਟਰ ਸਿਸਟਮ ਜਿਹੜਾ ਰਨ ਨਹੀਂ ਹੋ ਸਕਦਾ। ਕੁਝ ਇੰਪੋਰਟੈਂਟ ਜਿਹੜੇ ਮਸ਼ਹੂਰ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਆਪਰੇਟਿੰਗ ਸਿਸਟਮ ਹੈਗੇ ਨੇ, ਜਿਸ ਤਰ੍ਹਾਂ ਵਿੰਡੋ। ਤੁਸੀਂ ਸਾਰੇ ਫੈਮਿਲੀਅਰ ਜੇ ਵਿੰਡੋ ਦੇਖੀ ਹੋਏਗੀ, ਕਈ ਤਰ੍ਹਾਂ ਦੀਆਂ ਵਿੰਡੋ ਦੇ ਆਪਰੇਟਿੰਗ ਸਿਸਟਮ ਸਾਡੇ ਕੋਲ ਅਵੇਲੇਬਲ ਨੇ। ਉਹਦੇ ਬਾਅਦ ਫਿਰ ਲਾਈਨਕਸ ਆਪਰੇਟਿੰਗ ਸਿਸਟਮ ਹੈਗਾ ਹੈ, ਯੂਨਿਕਸ ਆਪਰੇਟਿੰਗ ਸਿਸਟਮ ਹੈਗਾ ਹੈ। ਠੀਕ ਹੈ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਆਪਰੇਟਿੰਗ ਸਿਸਟਮ ਸਾਡੇ ਕੋਲ ਅਵੇਲੇਬਲ ਨੇ ਜਿਨ੍ਹਾਂ ਨੂੰ ਅਸੀਂ ਵਰਤਦੇ ਹਾਂ। ਪਰ ਸਾਡਾ ਜ਼ਿਆਦਾ ਵਰਤੋਂ ਵਾਲਾ ਜਿਹੜਾ ਆਪਰੇਟਿੰਗ ਸਿਸਟਮ ਉਹ ਵਿੰਡੋ ਹੀ ਹੈਗਾ ਹੈ। ਸੋ ਸਭ ਤੋਂ ਪਹਿਲਾਂ ਫਿਰ ਆਪਰੇਟਿੰਗ ਸਿਸਟਮ ਨੂੰ ਅਸੀਂ ਕੀ ਕਵਾਂਗੇ? ਇੱਕ ਇੰਟਰਫੇਸ ਹੈਗਾ ਹੈ ਇਹ ਕੰਪਿਊਟਰ ਯੂਜ਼ਰ ਅਤੇ ਹਾਰਡਵੇਅਰ ਦੇ ਵਿੱਚ। ਕੰਪਿਊਟਰ ਦਾ ਯੂਜ਼ਰ ਜਿਹੜਾ ਹੈਗਾ ਹੈ ਆਪਰੇਟਿੰਗ ਸਿਸਟਮ ਦੇ ਜ਼ਰੀਏ ਹੀ ਹਾਰਡਵੇਅਰ ਨੂੰ ਯੂਜ਼ ਕਰ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਆਪਰੇਟਿੰਗ ਸਿਸਟਮ ਦੇ ਫੰਕਸ਼ਨ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਸਭ ਤੋਂ ਪਹਿਲਾਂ ਡਿਫਰੈਂਟ ਫੰਕਸ਼ਨਸ ਕਿਹੜੇ ਹੈਗੇ ਨੇ ਆਪਰੇਟਿੰਗ ਸਿਸਟਮ ਦੇ, ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ। ਆਪਰੇਟਿੰਗ ਸਿਸਟਮ ਦੇ ਵਿੱਚ ਬੱਚੋ ਫੰਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਕੰਪਿਊਟਰ ਤੇ ਅਸੀਂ ਜਿੰਨੇ ਵੀ ਪ੍ਰੋਗਰਾਮ ਚਲਾਉਂਦੇ ਆ, ਉਹ ਸਾਰੇ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਆਪਰੇਟਿੰਗ ਸਿਸਟਮ ਦੀ ਹੀ ਹੁੰਦੀ ਹੈ। ਠੀਕ ਹੈ, ਆਪਰੇਟਿੰਗ ਸਿਸਟਮ ਹੀ ਇੱਕ ਪ੍ਰੋਗਰਾਮ ਨੂੰ ਲੈਂਦਾ ਹੈ, ਮੈਮਰੀ 'ਚ ਲੋਡ ਕਰਦਾ ਹੈ ਤੇ ਐਗਜ਼ੀਕਿਊਟ ਕਰਦਾ ਹੈ। ਸੋ ਜਿੰਨੇ ਵੀ ਪ੍ਰੋਗਰਾਮਸ ਹੈਗੇ ਨੇ ਉਹਨੂੰ ਚਲਾਉਣ ਲਈ ਜਿਹੜਾ ਵਾਤਾਵਰਨ ਹੈਗਾ ਹੈ ਉਹ ਸਾਨੂੰ ਆਪਰੇਟਿੰਗ ਸਿਸਟਮ ਹੀ ਪ੍ਰਦਾਨ ਕਰਵਾਉਂਦਾ ਹੈ। ਦੂਸਰਾ ਹੈਗਾ ਹੈ ਕੰਪਿਊਟਰ ਪ੍ਰੋਗਰਾਮ ਸੌਖੇ ਢੰਗ ਨਾਲ ਲਾਗੂ ਕੀਤੇ ਜਾ ਸਕਦੇ ਨੇ ਆਪਰੇਟਿੰਗ ਸਿਸਟਮ ਦੇ ਨਾਲ। ਇਹ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਫੈਸਿਲਿਟੀਜ਼ ਹੈਗੀਆਂ ਨੇ ਉਹ ਸਾਰੀਆਂ ਸਾਨੂੰ ਆਪਰੇਟਿੰਗ ਸਿਸਟਮ ਦੁਆਰਾ ਹੀ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਹੋਰ ਇਹਦੇ ਕਿਹੜੇ ਕਿਹੜੇ ਫੰਕਸ਼ਨਸ ਹੈਗੇ ਨੇ, ਇਹਨਾਂ ਸਾਰਿਆਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਐਗਜ਼ੀਕਿਊਸ਼ਨ ਬਾਰੇ ਦੇਖਦੇ ਹਾਂ। ਪ੍ਰੋਗਰਾਮ ਐਗਜ਼ੀਕਿਊਸ਼ਨ ਦੇ ਵਿੱਚ ਬੱਚੋ ਕੀ ਹੁੰਦਾ ਹੈ? ਸਾਡੇ ਜਿੰਨੇ ਵੀ ਪ੍ਰੋਗਰਾਮ ਕੰਪਿਊਟਰ ਦੇ ਵਿੱਚ ਰਨ ਹੁੰਦੇ ਨੇ ਸਾਰੇ ਆਪਰੇਟਿੰਗ ਸਿਸਟਮ ਦੁਆਰਾ ਚਲਾਏ ਜਾਂਦੇ ਨੇ। ਆਪਰੇਟਿੰਗ ਸਿਸਟਮ ਹੀ ਇਹਨੂੰ ਰਨ ਕਰਦਾ ਹੈ। ਸੋ ਇਹਦੇ ਵਾਸਤੇ ਆਪਰੇਟਿੰਗ ਸਿਸਟਮ ਸਭ ਤੋਂ ਪਹਿਲਾਂ ਪ੍ਰੋਗਰਾਮਸ ਨੂੰ ਉਹ এনवायरमेंट ਪ੍ਰਦਾਨ ਕਰਵਾਉਂਦਾ ਹੈ ਜਿਹਦੇ ਵਿੱਚ ਸਾਡਾ ਪ੍ਰੋਗਰਾਮ ਚਾਲੂ ਹੋਣਾ ਹੈ, ਪ੍ਰੋਗਰਾਮ ਜਿਹੜਾ ਰਨ ਹੋ ਸਕੇ। ਉਹਦੇ ਲਈ ਜਿੰਨੇ ਵੀ ਨੈਸੈਸਰੀ ਸਾਨੂੰ ਪ੍ਰੋਗਰਾਮਸ ਦੇ ਚੱਲਣ ਲਈ ਜੋ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਸਾਰੀਆਂ ਸਾਡੇ ਆਪਰੇਟਿੰਗ ਸਿਸਟਮ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਆਪਰੇਟਿੰਗ ਸਿਸਟਮ ਸਾਡੇ ਪ੍ਰੋਗਰਾਮ ਨੂੰ ਮੈਮਰੀ ਦੇ ਵਿੱਚ ਲੋਡ ਕਰੇਗਾ। ਮੈਮਰੀ ਵਿੱਚ ਲੋਡ ਕਰਨ ਦੇ ਬਾਅਦ ਉਸ ਪ੍ਰੋਗਰਾਮ ਨੂੰ ਚਲਾਏਗਾ। ਉਹਦੇ ਚੱਲਣ ਵਾਸਤੇ ਜਿੰਨੀਆਂ ਵੀ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਆਪਰੇਟਿੰਗ ਸਿਸਟਮ ਪੂਰੀਆਂ ਕਰੇਗਾ। ਕਿੰਨਾ CPU ਦਾ ਟਾਈਮ ਚਾਹੀਦਾ ਹੈ, ਕਿੰਨੀ ਇਹਨੂੰ ਮੈਮਰੀ ਚਾਹੀਦੀ ਹੈ। ਠੀਕ ਹੈ, ਇਹ ਸਾਰੇ ਕੰਮ ਜਿਹੜੇ ਹੈਗੇ ਆਪਰੇਟਿੰਗ ਸਿਸਟਮ ਦੁਆਰਾ ਕੀਤੇ ਜਾਂਦੇ ਨੇ। ਇਹਦੇ ਇਲਾਵਾ ਜਿਸ ਤਰ੍ਹਾਂ ਪ੍ਰੋਸੈਸ ਦੀ ਸਿੰਕਰੋਨਾਈਜੇਸ਼ਨ ਹੈਗੀ ਆ, ਕਮਿਊਨੀਕੇਸ਼ਨ ਹੈਗੀ ਆ, ਜਾਂ ਡੈਡਲੌਕ ਹੈਂਡਲਿੰਗ ਹੈਗੀ ਆ, ਇਹ ਸਾਰੇ ਪ੍ਰੋਸੈਸ ਵੀ ਸਾਡੇ ਆਪਰੇਟਿੰਗ ਸਿਸਟਮ ਦੁਆਰਾ ਕੀਤੇ ਜਾਂਦੇ ਨੇ। ਡੈਡਲੌਕ ਬੱਚੋ ਕੀ ਹੁੰਦਾ ਹੈ? ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਪ੍ਰੋਗਰਾਮ ਨੂੰ ਕੋਈ ਰਿਸੋਰਸ ਚਾਹੀਦਾ ਹੈਗਾ ਐਗਜ਼ੀਕਿਊਸ਼ਨ ਵਾਸਤੇ, ਪਰ ਉਹਨੂੰ ਉਹ ਰਿਸੋਰਸ ਅਵੇਲੇਬਲ ਨਹੀਂ ਹੁੰਦਾ। ਉਸ ਕੇਸ ਦੇ ਵਿੱਚ ਪ੍ਰੋਗਰਾਮ ਜਿਹੜਾ ਵੇਟ ਕਰੇਗਾ ਕਿ ਕਦੋਂ ਉਹਨੂੰ ਰਿਸੋਰਸ ਅਵੇਲੇਬਲ ਹੋਵੇ। ਜੇਕਰ ਕਾਫੀ ਵੇਟ ਕਰਨ ਦੇ ਬਾਅਦ ਵੀ ਉਸ ਪ੍ਰੋਗਰਾਮ ਨੂੰ ਰਿਸੋਰਸ ਅਵੇਲੇਬਲ ਨਹੀਂ ਹੋਏਗਾ ਤਾਂ ਉਹ ਪ੍ਰੋਗਰਾਮ ਇੱਕ ਡੈਡਲੌਕ ਦੀ ਸਥਿਤੀ ਦੇ ਵਿੱਚ ਆ ਜਾਏਗਾ। ਪ੍ਰੋਗਰਾਮ ਜਿਹੜਾ ਨਾ ਤਾਂ ਐਗਜ਼ੀਕਿਊਟ ਹੋਏਗਾ ਨਾ ਹੀ ਮੈਮਰੀ ਤੋਂ ਬਾਹਰ ਹੋਏਗਾ। ਇਹੋ ਜਿਹੀ ਸਿਚੁਏਸ਼ਨ ਨੂੰ ਹੈਂਡਲ ਕਰਨ ਦਾ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਸਾਡੇ ਆਪਰੇਟਿੰਗ ਸਿਸਟਮ ਦੀ ਹੈ ਕਿ ਡੈਡਲੌਕ ਦੀ ਸਥਿਤੀ ਕਦੀ ਅੱਕਰ ਹੀ ਨਾ ਹੋਵੇ। ਕਿਉਂਕਿ ਜੇ ਡੈਡਲੌਕ ਦੀ ਸਥਿਤੀ ਆ ਜੇ ਉਸ ਕੇਸ ਦੇ ਵਿੱਚ ਸਾਡਾ ਆਪਰੇਟਿੰਗ ਸਿਸਟਮ ਵੀ ਕ੍ਰੈਸ਼ ਹੋਣ ਤੇ ਆ ਸਕਦਾ ਹੈ। ਕ੍ਰੈਸ਼ ਜਿਹੜੀ ਹੋਣ ਦੀ ਨੌਬਤ ਆ ਜਾਂਦੀ ਹੈ
ਸੋ ਇਹੋ ਜਿਹੀਆਂ ਜਿਹੜੀਆਂ ਸਿਚੁਏਸ਼ਨਾਂ ਨੂੰ ਹੈਂਡਲ ਕਰਦਾ ਹੈ। ਪ੍ਰੋਗਰਾਮ ਐਗਜ਼ੀਕਿਊਸ਼ਨ ਵਾਸਤੇ ਇਨਵਾਇਰਨਮੈਂਟ ਪ੍ਰਦਾਨ ਕਰਵਾਉਣਾ, ਮੈਮਰੀ ਦੇਣਾ, ਪ੍ਰੋਸੈਸ ਦਾ ਟਾਈਮ ਦੇਣਾ, ਇਹ ਸਾਰੇ ਕੰਮ ਜਿਹੜੇ ਸਾਡੇ ਕੰਪਿਊਟਰ ਦੇ ਆਪਰੇਟਿੰਗ ਸਿਸਟਮ ਦੁਆਰਾ ਕੀਤੇ ਜਾਂਦੇ ਨੇ। ਨੈਕਸਟ ਹੈਗਾ ਬੱਚੋ ਇਨਪੁਟ ਆਊਟਪੁੱਟ ਆਪਰੇਸ਼ਨਸ। ਜਿੰਨੇ ਵੀ ਇਨਪੁਟ ਆਊਟਪੁੱਟ ਦੇ ਆਪਰੇਸ਼ਨਸ ਹੈਗੇ ਨੇ ਇਹ ਵੀ ਸਾਰੇ ਆਪਰੇਟਿੰਗ ਸਿਸਟਮ ਦੁਆਰਾ ਹੀ ਕੰਟਰੋਲ ਕੀਤੇ ਜਾਂਦੇ ਨੇ। ਕਿਸ ਤਰ੍ਹਾਂ ਅਸੀਂ ਇਨਪੁਟ ਦੇਣੀ ਹੈ ਸਿਸਟਮ ਨੂੰ ਜਾਂ ਉਹਦੇ ਕੋਲੋਂ ਆਊਟਪੁੱਟ ਲੈਣੀ ਹੈ, ਕਿਸ ਤਰ੍ਹਾਂ ਸਾਡੇ ਇਨਪੁਟ ਤੇ ਆਊਟਪੁੱਟ ਦੇ ਜੰਤਰ ਜਿਹੜੇ ਹੈਗੇ ਨੇ ਉਹ ਕੰਮ ਕਰਨਗੇ, ਇਹ ਸਾਰੀ ਜਿਹੜੀ ਜ਼ਿੰਮੇਵਾਰੀ ਆਪਰੇਟਿੰਗ ਸਿਸਟਮ ਦੀ ਹੁੰਦੀ ਹੈ ਕਿ ਕਿਸ ਤਰ੍ਹਾਂ ਅਸੀਂ ਕੀਬੋਰਡ ਜਾਂ ਮਾਊਸ ਤੋਂ ਇਨਪੁਟ ਲੈ ਰਹੇ ਹਾਂ, ਉਹ ਕਿਹੜੇ ਫਾਰਮੈਟ ਦੇ ਵਿੱਚ ਆਏਗੀ, ਕਿਸ ਤਰ੍ਹਾਂ ਮੈਮਰੀ ਦੇ ਵਿੱਚ ਉਹਦੀ ਐਗਜ਼ੀਕਿਊਸ਼ਨ ਹੋਏਗੀ। ਇਸ ਚੀਜ਼ ਨੂੰ ਰੀਡ ਐਂਡ ਰਾਈਟ ਦੇ ਜਿੰਨੇ ਵੀ ਆਪਰੇਸ਼ਨਸ ਹੈਗੇ ਨੇ ਇਨਪੁਟ ਦੇ, ਇਹ ਇੱਕ ਆਪਰੇਟਿੰਗ ਸਿਸਟਮ ਦੁਆਰਾ ਹੀ ਕੀਤੇ ਜਾਂਦੇ ਨੇ। ਇਨਪੁਟ ਆਊਟਪੁੱਟ ਦੇ ਨਾਲ ਇਹ ਵੀ ਦੇਖਦਾ ਹੈ ਕਿ ਕਿਹੜੇ ਇਨਪੁਟ ਆਊਟਪੁੱਟ ਨੂੰ ਜਿਹੜਾ ਯੂਜ਼ ਕਰਨਾ ਹੈ, ਉਹਦੀ ਪਰਮਿਸ਼ਨ ਜਿਹੜੀ ਹੈਗੀ ਆ, ਪ੍ਰਵਾਨਗੀ ਜਿਹੜੀ ਹੈਗੀ ਆ, ਇਹ ਵੀ ਆਪਰੇਟਿੰਗ ਸਿਸਟਮ ਦੁਆਰਾ ਹੀ ਦਿੱਤੀ ਜਾਂਦੀ ਹੈ। ਨੈਕਸਟ ਫਿਰ ਬੱਚੋ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਫਾਈਲ ਸਿਸਟਮ ਨੂੰ ਮੈਨੀਪੂਲੇਸ਼ਨ ਕਰਨਾ। ਐਕਚੁਅਲੀ ਫਾਈਲ ਸਿਸਟਮ ਸਾਡਾ ਮੇਨ ਸਿਸਟਮ ਹੁੰਦਾ ਹੈ ਕੰਪਿਊਟਰ ਦੇ ਵਿੱਚ ਜਿਹਨੂੰ ਅਸੀਂ ਯੂਜ਼ ਕਰਦੇ ਹਾਂ। ਸੋ ਫਾਈਲ ਸਿਸਟਮ ਨੂੰ ਮੈਨੀਪੂਲੇਸ਼ਨ ਜਿਹੜੀ ਹੈਗੀ ਆ ਇਹ ਵੀ ਆਪਰੇਟਿੰਗ ਸਿਸਟਮ ਦੁਆਰਾ ਹੀ ਕੀਤੀ ਜਾਂਦੀ ਹੈ। ਮੈਨੀਪੂਲੇਸ਼ਨ ਦੇ ਵਿੱਚ ਦੇਖੋ ਬੱਚੋ ਕੀ ਆ ਜਾਂਦਾ ਹੈ ਫਾਈਲ ਸਿਸਟਮ ਦੇ ਵਿੱਚ, ਇੱਕ ਫਾਈਲ ਨਵੀਂ ਫਾਈਲ ਬਣਾਉਣਾ ਜਾਂ ਫਾਈਲ ਦੇ ਵਿੱਚ ਕੋਈ ਚੇਂਜ ਕਰਨਾ, ਫਾਈਲ ਨੂੰ ਡਿਲੀਟ ਕਰਨਾ, ਇਸ ਤਰ੍ਹਾਂ ਦੇ ਫਾਈਲ ਦੇ ਨਾਲ ਰਿਲੇਟਡ ਕੋਈ ਵੀ ਆਪਰੇਸ਼ਨ, ਫਾਈਲ ਨੂੰ ਰੀਡ ਕਰਨਾ ਜਾਂ ਰੀਡ ਰਾਈਟ ਦਾ ਅਸੈਸ ਦੇਣਾ ਜਾਂ ਕਿਸੇ ਫਾਈਲ ਨੂੰ ਡਿਨਾਈ ਕਰਨਾ, ਇਹ ਸਾਰੇ ਆਪਰੇਸ਼ਨ ਜਿਹੜੇ ਹੈਗੇ ਨੇ ਫਾਈਲ ਮੈਨੀਪੂਲੇਸ਼ਨ ਸਿਸਟਮ ਦੇ ਵਿੱਚ ਹੁੰਦੇ ਨੇ, ਜਿਹਨੂੰ ਹੈਂਡਲ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਸਾਡੇ ਆਪਰੇਟਿੰਗ ਸਿਸਟਮ ਦੀ ਹੁੰਦੀ ਆ। ਹੁਣ ਬੱਚੋ ਸਾਡੇ ਕੋਲ ਕਈ ਤਰ੍ਹਾਂ ਦੇ ਮੀਡੀਆ ਹੁੰਦੇ ਨੇ, ਜਿਸ ਤਰ੍ਹਾਂ ਮੈਗਨੈਟਿਕ ਟੇਪ ਹੋ ਗਈ ਜਾਂ ਫਿਰ ਮੈਗਨੈਟਿਕ ਡਿਸਕ ਹੋ ਗਈ, ਆਪਟੀਕਲ ਡਿਸਕ ਹੋ ਗਈ। ਹਰ ਜਿਹੜੇ ਮੀਡੀਆ ਦਾ ਇਨਪੁਟ ਆਊਟਪੁੱਟ ਦਾ ਪ੍ਰੋਸੈਸ ਅਲੱਗ ਹੁੰਦਾ ਹੈ। ਸੋ ਉਹਨਾਂ ਪ੍ਰੋਸੈਸ ਨੂੰ ਕਿੱਦਾਂ ਹੈਂਡਲ ਕਰਨਾ ਹੈ, ਮੈਗਨੈਟਿਕ ਟੇਪ ਦੇ ਉੱਪਰ ਕਿਸ ਤਰ੍ਹਾਂ ਡਾਟਾ ਰੀਡ ਔਰ ਰਾਈਟ ਹੋਣਾ ਹੈ ਜਾਂ ਆਪਟੀਕਲ ਡਿਸਕ ਦੇ ਉੱਪਰ ਕਿੱਦਾਂ ਡਾਟਾ ਰੀਡ ਔਰ ਰਾਈਟ ਹੋਣਾ ਹੈ, ਇਸ ਚੀਜ਼ ਦੀ ਜ਼ਿੰਮੇਵਾਰੀ ਵੀ ਸਾਡੇ ਆਪਰੇਟਿੰਗ ਸਿਸਟਮ ਦੀ ਹੁੰਦੀ ਹੈ ਕਿ ਉਹ ਫਾਈਲ ਸਿਸਟਮ ਨੂੰ ਉਹਨੇ ਕਿਸ ਤਰ੍ਹਾਂ ਹੈਂਡਲ ਕਰਨਾ ਹੈ, ਕਿਸ ਤਰ੍ਹਾਂ ਦਾ ਮੀਡੀਆ ਦੇ ਉੱਪਰ ਫਾਈਲ ਜਿਹੜੀ ਬਣ ਰਹੀ ਹੈ, ਇਸ ਚੀਜ਼ ਨੂੰ ਜਿਹੜਾ ਸਾਡਾ ਆਪਰੇਟਿੰਗ ਸਿਸਟਮ ਹੀ ਦੇਖਦਾ ਹੈ। ਆਪਰੇਟਿੰਗ ਸਿਸਟਮ ਦਾ ਮੇਨ ਕੰਮ ਹੈਗਾ ਕਿਸੇ ਫਾਈਲ ਨੂੰ ਰੀਡ ਜਾਂ ਰਾਈਟ ਕਰਨ ਲਈ ਪ੍ਰੋਗਰਾਮ ਉਪਲਬਧ ਕਰਵਾਉਣਾ। ਠੀਕ ਹੈ, ਕੋਈ ਵੀ ਅਸੀਂ ਜਿਹੜਾ ਕੋਈ ਫਾਈਲ ਦਾ ਆਪਰੇਸ਼ਨ ਕਰਨਾ ਹੈ, ਰੀਡ ਜਾਂ ਰਾਈਟ ਦਾ ਆਪਰੇਸ਼ਨ ਕਰਨਾ ਹੈ ਫਾਈਲ ਦੇ ਉੱਪਰ, ਉਹ ਕਿਹੜੇ ਪ੍ਰੋਗਰਾਮ ਜਿਹੜਾ ਹੈਗਾ ਉਹਨੂੰ ਰੀਡ ਜਾਂ ਰਾਈਟ ਕਰੇਗਾ, ਇਸ ਚੀਜ਼ ਦੀ ਜ਼ਿੰਮੇਵਾਰੀ ਵੀ ਆਪਰੇਟਿੰਗ ਸਿਸਟਮ ਦੀ ਹੁੰਦੀ ਹੈ ਕਿ ਇਸ ਫਾਰਮੈਟ ਦੀ ਫਾਈਲ ਹੈਗੀ ਆ ਤੇ ਕਿਹੜੇ ਸੌਫਟਵੇਅਰ ਦੇ ਵਿੱਚ ਉਹਨੂੰ ਅਸੀਂ ਖੋਲਾਂਗੇ। ਸੋ ਦੂਸਰਾ ਇਹਦੇ ਵਿੱਚ ਹੈਗਾ ਆਪਰੇਟਿੰਗ ਸਿਸਟਮ ਕਿਸੇ ਪ੍ਰੋਗਰਾਮ ਨੂੰ ਫਾਈਲ ਉੱਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਕਿ ਕਿਸੇ ਵੀ ਫਾਈਲ ਜਿਹੜਾ ਹੈਗਾ ਹੈ ਅਸੀਂ ਜੇਕਰ ਉਹਨੂੰ ਯੂਜ਼ ਕਰਨਾ ਚਾਹੁੰਦੇ ਆ ਤੇ ਸਾਡਾ ਆਪਰੇਟਿੰਗ ਸਿਸਟਮ ਦੇਖੇਗਾ ਕਿ ਅਸੀਂ ਉਸ ਫਾਈਲ ਨੂੰ ਯੂਜ਼ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਜੇਕਰ ਫਾਈਲ ਦੇ ਵਿੱਚ ਅਸੈਸ ਹੈਗੀ ਆ ਯੂਜ਼ ਕਰਨ ਦੀ ਤਾਂ ਉਹ ਫਾਈਲ ਸਾਨੂੰ ਓਪਨ ਕਰਕੇ ਦੇ ਦੇਗਾ ਜਿਹਨੂੰ ਅਸੀਂ ਯੂਜ਼ ਕਰ ਸਕਦੇ ਆ। ਜੇਕਰ ਫਾਈਲ ਦੇ ਉੱਪਰ ਅਸੈਸ ਨਹੀਂ ਹੈਗੀ ਤਾਂ ਅਸੀਂ ਉਸ ਫਾਈਲ ਨੂੰ ਯੂਜ਼ ਨਹੀਂ ਕਰ ਸਕਾਂਗੇ, ਸਿਕਿਉਰਿਟੀ ਰੀਜ਼ਨ ਕਰਕੇ ਉਹ ਫਾਈਲ ਸਾਡੇ ਓਪਨ ਨਹੀਂ ਹੋਏਗੀ। ਫਿਰ ਫਾਈਲ ਦੇ ਉੱਪਰ ਰੀਡ ਰਾਈਟ ਦੇ ਆਪਰੇਸ਼ਨ ਅਪਲਾਈ ਹੋਣੇ ਜਾਂ ਉਹਨਾਂ ਨੂੰ ਡਿਨਾਈ ਕਰਨਾ, ਇਹ ਵੀ ਇੱਕ ਆਪਰੇਟਿੰਗ ਸਿਸਟਮ ਹੀ ਦੇਖਦਾ ਹੈ ਕਿ ਕਿਹੜੀ ਫਾਈਲ ਨੂੰ ਅਸੀਂ ਰੀਡ ਕਰ ਸਕਦੇ ਆ, ਕਿਹੜੀ ਰੀਡ ਓਨਲੀ ਫਾਈਲ ਹੈ, ਕਿਹੜੀ ਫਾਈਲ ਦੇ ਰੀਡ ਐਂਡ ਰਾਈਟ ਦੇ ਦੋਨੇ ਆਪਰੇਸ਼ਨ ਅਸੀਂ ਲਗਾ ਸਕਦੇ ਆ ਜਾਂ ਕਿਹੜੀ ਫਾਈਲ ਜਿਹੜੀ ਹੈਗੀ ਆ ਸਾਡੇ ਆਪਰੇਸ਼ਨ ਨੂੰ ਡਿਨਾਈ ਕਰੇਗੀ। ਸੋ ਇਹ ਸਾਰਾ ਕੰਮ ਜਿਹੜਾ ਹੈਗਾ ਆਪਰੇਟਿੰਗ ਸਿਸਟਮ ਦੇਖਦਾ ਹੈ। ਇੱਕ ਨਵੀਂ ਫਾਈਲ ਬਣਾਉਣਾ, ਫਾਈਲ ਨੂੰ ਐਡਿਟ ਕਰਨਾ, ਫਾਈਲ ਨੂੰ ਡਿਲੀਟ ਕਰਨਾ, ਇਹ ਆਪਰੇਸ਼ਨਸ ਵੀ ਸਾਡੇ ਮੇਨ ਆਪਰੇਟਿੰਗ ਸਿਸਟਮ ਦੁਆਰਾ ਹੀ ਸਾਰੇ ਦੇਖੇ ਜਾਂਦੇ ਨੇ। ਜਾਂ ਇੱਕ ਨਵੀਂ ਡਾਇਰੈਕਟਰੀ ਬਣਾਉਣਾ, ਉਸ ਡਾਇਰੈਕਟਰੀ ਦੇ ਵਿੱਚ ਫਿਰ ਸਬ ਡਾਇਰੈਕਟਰੀ ਬਣਾਉਣਾ, ਉਹਦੇ ਵਿੱਚ ਫਿਰ ਅੱਗੇ ਫਾਈਲਸ ਬਣਾਉਣਾ, ਇਸ ਤਰ੍ਹਾਂ ਦੇ ਸਾਰੇ ਸਟਰਕਚਰ ਨੂੰ ਵੀ ਸਾਡਾ ਆਪਰੇਟਿੰਗ ਸਿਸਟਮ ਹੀ ਹੈਂਡਲ ਕਰਦਾ ਹੈ। ਸੋ ਫਾਈਲ ਸਿਸਟਮ ਦਾ ਮੈਨੀਪੂਲੇਸ਼ਨ ਜਿਹੜਾ ਇੰਪੋਰਟੈਂਟ ਪਾਰਟ ਹੁੰਦਾ ਹੈ ਸਾਡੇ ਆਪਰੇਟਿੰਗ ਸਿਸਟਮ ਵਾਸਤੇ। ਸਾਡੇ ਸਾਰੇ ਫਾਈਲ ਸਿਸਟਮ ਨੂੰ ਆਪਰੇਟਿੰਗ ਸਿਸਟਮ ਹੀ ਹੈਂਡਲ ਕਰਦਾ ਹੈ। ਨੈਕਸਟ ਹੈਗਾ ਬੱਚੋ ਕਮਿਊਨੀਕੇਸ਼ਨ, ਸੰਚਾਰ। ਸੰਚਾਰ ਦਾ ਜਿੰਨਾ ਵੀ ਕੰਮ ਹੈਗਾ ਵੀ ਆਪਰੇਟਿੰਗ ਸਿਸਟਮ ਦੁਆਰਾ ਕੀਤਾ ਜਾਂਦਾ ਹੈ, ਕਿਉਂਕਿ ਜਿਸ ਤਰ੍ਹਾਂ ਸਪੋਜ਼ ਕਿ ਅਸੀਂ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹਾਂ। ਹੁਣ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਦੇ ਵਿੱਚ ਮਲਟੀਪਲ ਪ੍ਰੋਸੈਸਰ ਲੱਗੇ ਹੁੰਦੇ ਨੇ। ਹਰ ਪ੍ਰੋਸੈਸਰ ਜਿਹੜਾ ਹੈਗਾ ਹੈ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਪ੍ਰੋਗਰਾਮ ਨੂੰ ਯੂਜ਼ ਕਰ ਰਿਹਾ ਹੈ, ਅਲੱਗ-ਅਲੱਗ ਮੈਮਰੀ ਨੂੰ ਯੂਜ਼ ਕਰ ਰਿਹਾ ਹੈ। ਹੁਣ ਉਹਦਾਂ ਦੇ ਡਿਫਰੈਂਟ ਪ੍ਰੋਸੈਸ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈਗੀ ਆ, ਸੰਚਾਰ ਜਿਹੜਾ ਹੈਗਾ ਹੈ, ਉਹ ਸਾਡਾ ਆਪਰੇਟਿੰਗ ਸਿਸਟਮ ਕਰੇਗਾ ਕਿ ਇੱਕ ਪ੍ਰੋਸੈਸ ਤੋਂ ਦੂਸਰੇ ਜਿਹੜਾ ਪ੍ਰੋਸੈਸਰ ਤੱਕ ਕਿਸ ਤਰ੍ਹਾਂ ਸਾਡਾ ਡਾਟਾ ਜਾਏਗਾ, ਉਹਨੂੰ ਅਸੀਂ ਕਿਸ ਤਰ੍ਹਾਂ ਆਪਸ ਦੇ ਵਿੱਚ ਕਮਿਊਨੀਕੇਟ ਕਰਨਾ ਹੈ। ਇਹ ਇੱਕ ਸਿਸਟਮ ਦੇ ਵਿੱਚ ਦੋ ਪ੍ਰੋਸੈਸਰ ਵੀ ਹੋ ਸਕਦੇ ਨੇ ਜਾਂ ਮਲਟੀਪਲ ਸਿਸਟਮ ਦੇ ਵਿੱਚ ਮਲਟੀਪਲ ਪ੍ਰੋਸੈਸਰ ਹੋ ਸਕਦੇ ਨੇ। ਉਹਨਾਂ ਦੋਨਾਂ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈਗੀ ਆ
ਉਹਨਾਂ ਦੇ ਵਿੱਚ ਜਿਹੜਾ ਡਾਟਾ ਟ੍ਰਾਂਸਫਰ ਹੈਗਾ ਹੈ ਇਹ ਕੰਮ ਸਾਡੇ ਆਪਰੇਟਿੰਗ ਸਿਸਟਮ ਦਾ ਹੀ ਹੈਗਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਉਹਨੇ ਡਾਟਾ ਟ੍ਰਾਂਸਫਰ ਕਰਨਾ ਹੈ। ਸੋ ਇਹ ਪ੍ਰੋਸੈਸਰ ਜਿਹੜੇ ਹੈਗੇ ਨੇ ਵੱਖਰੇ ਵੱਖਰੇ ਕੰਪਿਊਟਰ ਤੇ ਹੋ ਸਕਦੇ ਨੇ ਜਾਂ ਇੱਕ ਸਿੰਗਲ ਕੰਪਿਊਟਰ ਦੇ ਉੱਪਰ ਵੀ ਦੋ ਪ੍ਰੋਸੈਸਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਡਾਟਾ ਜਿਹੜਾ ਯੂਜ਼ ਹੋਣਾ ਹੈ। ਸੋ ਅਲੱਗ-ਅਲੱਗ ਸੰਚਾਰ ਦੇ ਜਿਹੜੇ ਤਰੀਕੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਇਹਨੇ ਅਪਲਾਈ ਕਰਨਾ ਹੈ, ਜਿਸ ਤਰ੍ਹਾਂ ਮੈਮਰੀ ਸ਼ੇਅਰ ਕਰਨਾ ਜਾਂ ਮੈਸੇਜ ਪਾਸਿੰਗ ਰਾਹੀਂ ਜਿਹੜਾ ਹੈਗਾ ਹੈ ਉਹ ਸੰਚਾਰ ਜਾਂ ਕਮਿਊਨੀਕੇਸ਼ਨ ਜਿਹੜਾ ਹੋ ਸਕਦਾ ਹੈ। ਠੀਕ ਹੈ, ਮੈਮਰੀ ਸ਼ੇਅਰ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਮੈਮਰੀ ਹੈਗੀ ਆ ਕਾਮਨ ਮੈਮਰੀ ਜਿਹੜੀ ਉਹ ਸ਼ੇਅਰ ਹੋ ਰਹੀ ਹੈ डिफरेंट टाइप के उपर डिफरेंट प्रोसैसर ਨੂੰ ਮੈਮਰੀ ਜਿਹੜੀ ਹੈ ਉਹ ਅਵੇਲੇਬਲ ਕਰਵਾਉਣੀ ਹੈ। ਮੈਸੇਜ ਪਾਸਿੰਗ ਦੇ ਨਾਲ ਕੀ ਹੈਗਾ ਹੈ ਹਰ ਪ੍ਰੋਸੈਸਰ ਆਪਣੀ ਰਿਕੁਆਇਰਮੈਂਟ ਦਾ ਇੱਕ ਮੈਸੇਜ ਜਿਹੜਾ ਹੈਗਾ ਹੈ ਉਹ ਸੈਂਡ ਕਰੇਗਾ, ਉਸ ਮੈਸੇਜ ਦੇ ਅਕੋਰਡਿੰਗ ਹੀ ਉਹਦੀਆਂ ਰਿਕੁਆਇਰਮੈਂਟਸ ਨੂੰ ਜਿਹੜਾ ਪੂਰਾ ਕੀਤਾ ਜਾਏਗਾ। ਸੋ ਜਿਹੜਾ ਕਮਿਊਨੀਕੇਸ਼ਨ ਦਾ ਜਿਹੜਾ ਸਿਸਟਮ ਹੈਗਾ ਹੈ ਇਹ ਵੀ ਸਾਡੇ ਆਪਰੇਟਿੰਗ ਸਿਸਟਮ ਦੁਆਰਾ ਹੀ ਹੈਂਡਲ ਕੀਤਾ ਜਾਂਦਾ ਹੈ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਤੇ। ਫਿਰ ਨੈਕਸਟ ਬੱਚੋ ਇਹਦੇ ਚ ਆ ਜਾਂਦਾ ਇੰਪੋਰਟੈਂਟ ਐਰਰ ਡਿਟੈਕਸ਼ਨ। ਜੇਕਰ ਕੋਈ ਗਲਤੀ ਅਕਰ ਹੋ ਜਾਂਦੀ ਹੈ, ਕੋਈ ਐਰਰ ਆ ਜਾਂਦੀ ਹੈ ਆਪਰੇਟਿੰਗ ਸਿਸਟਮ ਦੇ ਵਿੱਚ ਜਾਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਇਸ ਚੀਜ਼ ਨੂੰ ਵੀ ਸਾਡਾ ਆਪਰੇਟਿੰਗ ਸਿਸਟਮ ਜਿਹੜਾ ਖੁਦ ਹੀ ਦੇਖੇਗਾ ਕਿ ਕਿਸ ਤਰ੍ਹਾਂ ਦੀ ਐਰਰ ਜਿਹੜੀ ਆ ਗਈ ਹੈ, ਕਿ ਕੋਈ ਇਨਪੁਟ ਆਊਟਪੁਟ ਐਰਰ ਆਈ ਹੈ ਜਾਂ ਮੈਮਰੀ ਦੀ ਓਵਰਫਲੋ ਦੀ ਐਰਰ ਆਈ ਹੈ, ਉਸ ਐਰਰ ਨੂੰ ਡਿਟੈਕਟ ਕਰਨਾ ਤੇ ਉਸ ਐਰਰ ਨੂੰ ਹੈਂਡਲ ਕਰਨਾ ਇਹ ਵੀ ਸਾਡੇ ਆਪਰੇਟਿੰਗ ਸਿਸਟਮ ਦਾ ਹੀ ਮੇਨ ਕੰਮ ਹੈਗਾ ਹੈ। ਸੋ ਐਰਰ ਡਿਟੈਕਸ਼ਨ ਦਾ ਜਿਹੜਾ ਪ੍ਰੋਸੀਜਰ ਆ ਸਾਡੇ ਆਪਰੇਟਿੰਗ ਸਿਸਟਮ ਦੇ ਵਿੱਚ ਹੁੰਦਾ ਹੈ, ਇਹ ਲਗਾਤਾਰ ਗਲਤੀਆਂ ਨੂੰ ਲੱਭਦਾ ਰਹਿੰਦਾ ਹੈ ਕਿ ਕਿਸੇ ਕਿਸਮ ਦੀ ਕੋਈ ਗਲਤੀ ਤਾਂ ਨਹੀਂ ਅਕਰ ਹੋ ਰਹੀ। ਜੇ ਗਲਤੀ ਅਕਰ ਹੋ ਰਹੀ ਹੈ, ਐਰਰ ਆ ਰਹੀ ਹੈ ਤਾਂ ਉਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ, ਇਹ ਸਾਡੇ ਆਪਰੇਟਿੰਗ ਸਿਸਟਮ ਦਾ ਹੀ ਕੰਮ ਹੈਗਾ। ਨੈਕਸਟ ਹੈਗਾ ਬੱਚੋ ਇਹਦੇ ਵਿੱਚ ਰਿਸੋਰਸ ਮੈਨੇਜਮੈਂਟ। ਹੁਣ ਡਿਫਰੈਂਟ ਜਿਹੜੇ ਰਿਸੋਰਸ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ। ਮਲਟੀਟਾਸਕਿੰਗ ਆਪਰੇਟਿੰਗ ਸਿਸਟਮ ਜਿਸ ਤਰ੍ਹਾਂ ਹੁੰਦਾ ਹੈ ਇਹਦੇ ਵਿੱਚ ਅਲੱਗ-ਅਲੱਗ ਟਾਸਕ ਜਿਹੜੀਆਂ ਆਪਰੇਟ ਹੋ ਰਹੀਆਂ ਨੇ, ਹਰ ਟਾਸਕ ਨੂੰ ਡਿਫਰੈਂਟ ਟਾਈਪ ਦੇ ਰਿਸੋਰਸ ਚਾਹੀਦੇ ਨੇ। ਕਈ ਵਾਰ ਕੀ ਹੁੰਦਾ ਹੈ ਕਿ ਦੋ ਟਾਸਕ ਨੂੰ ਸੇਮ ਰਿਸੋਰਸ ਵੀ ਚਾਹੀਦਾ ਹੈ, ਉਸ ਕੇਸ ਦੇ ਵਿੱਚ ਵੀ ਸਾਡੇ ਆਪਰੇਟਿੰਗ ਸਿਸਟਮ ਨੇ ਇਹੀ ਦੇਖਣਾ ਹੈ ਕਿ ਪਹਿਲਾਂ ਕਿਹਦੀ ਪ੍ਰਾਇੋਰਟੀ ਹਾਈ ਹੈਗੀ ਹੈ ਜਿਹਨੂੰ ਉਹ ਰਿਸੋਰਸ ਦਿੱਤਾ ਜਾ ਸਕੇ, ਤਾਂ ਕਿ ਦੂਸਰੇ ਨੂੰ ਥੋੜੀ ਦੇਰ ਵੇਟ ਕਰਾ ਕੇ ਫਿਰ ਜਦੋਂ ਰਿਸੋਰਸ ਫ੍ਰੀ ਹੋ ਜਾਏਗਾ ਸੈਕੰਡ ਨੂੰ ਫਿਰ ਉਹ ਰਿਸੋਰਸ ਜਿਹੜਾ ਅਵੇਲੇਬਲ ਕਰਾਇਆ ਜਾ ਸਕੇ। ਸੋ ਰਿਸੋਰਸ ਮੈਨੇਜਮੈਂਟ ਜਿਹੜੀ ਹੈਗੀ ਹੈ ਵੀ ਸਾਡੇ ਆਪਰੇਟਿੰਗ ਸਿਸਟਮ ਦੇ ਵਿੱਚ ਹੁੰਦੀ ਹੈ ਕਿ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਪ੍ਰੋਸੈਸਰ ਜਿਹੜੇ ਹੈਗੇ ਨੇ ਜਾਂ ਪ੍ਰੋਸੈਸ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਰਿਸੋਰਸ ਜਿਹੜਾ ਅਵੇਲੇਬਲ ਕਰਵਾਇਆ ਜਾ ਸਕੇ। ਸੋ ਰਿਸੋਰਸ ਮੈਨੇਜਰ ਜਿਹੜਾ ਇਹਦੇ ਤੌਰ ਤੇ ਕੰਮ ਕਰਦਾ ਹੈ, ਹਰ ਇੱਕ ਦਾ ਸ਼ਡਿਊਲ ਜਿਹੜਾ ਬਣਦਾ ਹੈ ਉਸ ਸ਼ਡਿਊਲ ਦੇ ਅਕੋਰਡਿੰਗ ਹੀ ਹਰ ਇੱਕ ਪ੍ਰੋਸੈਸ ਨੂੰ ਜਿਹੜਾ ਰਿਸੋਰਸ ਅਵੇਲੇਬਲ ਕਰਵਾਇਆ ਜਾਂਦਾ ਹੈ। ਸੋ CPU ਦੀ ਵਧੀਆ ਵਰਤੋਂ ਜਿਹੜੀ ਇਹਦੇ ਨਾਲ ਹੁੰਦੀ ਹੈ, CPU ਦੀ ਸ਼ਡਿਊਲਿੰਗ ਕੀਤੀ ਜਾਂਦੀ ਹੈ ਤਾਂ ਉਹ ਸ਼ਡਿਊਲ ਦੇ ਮੁਤਾਬਕ ਹੀ ਸਾਰੀ ਰਿਸੋਰਸ ਮੈਨੇਜਮੈਂਟ ਕੀਤੀ ਜਾਂਦੀ ਹੈ ਤਾਂ ਕਿ ਉਹਦੇ ਨਾਲ ਹਰ ਇੱਕ ਪ੍ਰੋਸੈਸ ਨੂੰ ਉਹਦੇ ਲਈ ਜਿਹੜਾ ਅਵੇਲੇਬਲ ਰਿਸੋਰਸ ਹੈਗਾ ਹੈ ਤੇ ਜਾਂ ਉਹਦੀ ਰਿਕੁਆਇਰਮੈਂਟ ਹੈਗੀ ਹੈ ਰਿਸੋਰਸ ਦੀ ਉਹ ਪੂਰੀ ਕੀਤੀ ਜਾ ਸਕੇ। ਨੈਕਸਟ ਹੈਗਾ ਇਹਦੇ ਵਿੱਚ ਬੱਚੋ ਪ੍ਰੋਟੈਕਸ਼ਨ। ਠੀਕ ਹੈ, ਆਪਰੇਟਿੰਗ ਸਿਸਟਮ ਦਾ ਇਹ ਵੀ ਮੇਨ ਪਾਰਟ ਹੈਗਾ ਹੈ ਸੁਰੱਖਿਆ ਮੁਹੱਈਆ ਕਰਵਾਉਣਾ। ਠੀਕ ਹੈ, ਸਾਡੇ ਸਿਸਟਮ ਨੂੰ ਕੰਪਿਊਟਰ ਸਿਸਟਮ ਨੂੰ ਸਾਡੇ ਜਿੰਨੇ ਵੀ ਪ੍ਰੋਗਰਾਮਸ ਨੇ ਉਹਨਾਂ ਨੂੰ ਜਾਂ ਜਿੰਨੀਆਂ ਵੀ ਸਾਡਾ ਫਾਈਲ ਸਿਸਟਮ ਹੈਗਾ ਹੈ ਉਹਨੂੰ ਸੁਰੱਖਿਆ ਮੁਹੱਈਆ ਕਰਾਉਣਾ, ਪ੍ਰੋਟੈਕਸ਼ਨ ਦੇਣੀ ਜਿਹੜੀ ਹੈ ਆਪਰੇਟਿੰਗ ਸਿਸਟਮ ਦਾ ਹੀ ਕੰਮ ਹੈਗਾ ਹੈ। ਆਪਰੇਟਿੰਗ ਸਿਸਟਮ ਉਹਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ ਤਾਂ ਕਿ ਕੋਈ ਅਨਆਥੋਰਾਈਜ਼ਡ ਯੂਜ਼ਰ ਉਹਨੂੰ ਅਸੈਸ ਨਾ ਕਰ ਸਕੇ। ਕੋਈ ਵੀ ਅਨਆਥੋਰਾਈਜ਼ਡ ਯੂਜ਼ਰ ਜਿਹੜਾ ਹੈਗਾ ਹੈ ਸਾਡੀ ਫਾਈਲ ਸਿਸਟਮ ਨੂੰ ਜਾਂ ਸਾਡੇ ਡਾਟੇ ਨੂੰ ਕਰਪਟ ਨਾ ਕਰ ਸਕੇ। ਇਹ ਆਪਰੇਟਿੰਗ ਸਿਸਟਮ ਹੀ ਇਸ ਚੀਜ਼ ਨੂੰ ਬਣਾਉਂਦਾ ਹੈ। ਕੋਈ ਵੀ ਯੂਜ਼ਰ ਜਿਹੜਾ ਹੈਗਾ ਹੈ ਉਹਦੀ ਅਸੈਸ ਤੇ ਰੋਕ ਲਗਾਏਗਾ ਜੇਕਰ ਕੋਈ ਅਨਆਥੋਰਾਈਜ਼ਡ ਯੂਜ਼ਰ ਉਹਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਿਸੇ ਕਿਸਮ ਦੀ ਕੋਈ ਬਾਹਰੀ ਜਿਹੜੀ ਇਨਵੈਲਿਡ ਇਨਪੁਟ ਜਾਂ ਆਊਟਪੁੱਟ ਹੈਗੀ ਆ ਉਹਦੇ ਤੋਂ ਬਚਾ ਕੇ ਰੱਖਦਾ ਹੈ ਤਾਂ ਕਿ ਕਿਸੇ ਕਿਸਮ ਦੀ ਇਹੋ ਜਿਹੀ ਇਨਪੁਟ ਜਾਂ ਆਊਟਪੁੱਟ ਦੇ ਨਾਲ ਸਾਡਾ ਸਿਸਟਮ ਜਿਹੜਾ ਕ੍ਰੈਸ਼ ਨਾ ਹੋ ਜੇ। ਤੇ ਹਰ ਯੂਜ਼ਰ ਨੂੰ ਆਥੋਰਾਈਜ਼ ਕਰੇਗਾ, ਹਰ ਯੂਜ਼ਰ ਨੂੰ ਡਿਫਰੈਂਟ ਟਾਈਪ ਦੇ ਜਿਹੜੇ ਪਾਸਵਰਡਸ ਜਿਹੜੇ ਦਿੱਤੇ ਹੋਣਗੇ ਤਾਂ ਕਿ ਕੋਈ ਵੀ ਯੂਜ਼ਰ ਕਿਸੇ ਦੂਸਰੇ ਦੇ ਏਰੀਆ ਦੇ ਵਿੱਚ ਜਾ ਕੇ ਕਿਸੇ ਕਿਸਮ ਦੀ ਪ੍ਰੋਬਲਮ ਕ੍ਰੀਏਟ ਨਾ ਕਰੇ। ਸੋ ਇਹ ਡਿਫਰੈਂਟ ਟਾਈਪ ਦੇ ਫੰਕਸ਼ਨਸ ਹੈਗੇ ਨੇ ਸਾਡੇ ਆਪਰੇਟਿੰਗ ਸਿਸਟਮ ਦੇ, ਜਿਹੜਾ ਆਪਰੇਟਿੰਗ ਸਿਸਟਮ ਸਾਨੂੰ ਇਹ ਸਾਰੇ ਫੰਕਸ਼ਨਸ ਜਿਹੜੇ ਹੈਗੇ ਨੇ ਉਹ ਦਿੰਦਾ ਹੈਗਾ ਹੈ, ਜਿਹਦੇ ਵਿੱਚ ਇੱਕ ਵਾਰੀ ਮੈਂ ਫਿਰ ਇਹਦੀ ਰਿਵੀਜ਼ਨ ਕਰਵਾਉਣਾ ਹੈ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਹੈਗਾ ਪ੍ਰੋਗਰਾਮ ਐਗਜ਼ੀਕਿਊਸ਼ਨ। ਜਿਹੜਾ ਵੀ ਸਾਡੇ ਪ੍ਰੋਗਰਾਮ ਨੂੰ ਚੱਲਣ ਲਈ এনवायरमेंट ਚਾਹੀਦਾ ਹੈਗਾ ਹੈ ਉਹ ਸਾਰਾ এনवायरमेंट ਸਾਨੂੰ ਸਾਡਾ ਆਪਰੇਟਿੰਗ ਸਿਸਟਮ ਹੀ ਦੇਗਾ। ਇਸੇ ਤਰ੍ਹਾਂ ਇਨਪੁਟ ਆਊਟਪੁੱਟ ਦੇ ਆਪਰੇਸ਼ਨਸ ਹੈਗੇ ਨੇ, ਡਿਫਰੈਂਟ ਟਾਈਪਸ ਦੀਆਂ ਕਿਸ ਤਰ੍ਹਾਂ ਦੀਆਂ ਇਨਪੁਟ ਹੋਣੀਆਂ ਜਾਂ ਆਊਟਪੁੱਟ ਹੋਣੀਆਂ, ਇਸ ਇਨਪੁਟ ਆਊਟਪੁੱਟ ਹੈਂਡਲਿੰਗ ਜਿਹੜੀ ਹੈਗੀ ਹੈ ਵੀ ਆਪਰੇਟਿੰਗ ਸਿਸਟਮ ਦੁਆਰਾ ਹੀ ਕੀਤੀ ਜਾਂਦੀ ਹੈ। ਫਿਰ ਸਾਡਾ ਫਾਈਲ ਸਿਸਟਮ ਮੈਨੀਪੂਲੇਸ਼ਨ ਹੈਗਾ ਹੈ,
ਅਸੀਂ ਫਾਈਲਾਂ ਕ੍ਰੀਏਟ ਕਰਨੀਆਂ ਨੇ, ਐਡਿਟ ਕਰਨੀਆਂ, ਡਿਲੀਟ ਕਰਨੀਆਂ, ਇਹ ਸਾਰੇ ਆਪਰੇਸ਼ਨ ਜਿਹੜੇ ਹੈਗੇ ਆ ਆਪਰੇਟਿੰਗ ਸਿਸਟਮ ਦੁਆਰਾ ਹੀ ਦੇਖੇ ਜਾਂਦੇ ਨੇ। ਜਾਂ ਕਿਸੇ ਫਾਈਲ ਨੂੰ ਅਸੈਸ ਕਿਸ ਤਰ੍ਹਾਂ ਦੀ ਅਸੀਂ ਦੇਣੀ ਹੈ, ਰੀਡ ਓਨਲੀ ਅਸੈਸ ਦੇਣੀ ਹੈ ਜਾਂ ਰਾਈਟ ਓਨਲੀ ਜਾਂ ਰੀਡ ਐਂਡ ਰਾਈਟ ਓਨਲੀ ਅਸੈਸ ਦੇਣੀ ਹੈ, ਇਸ ਚੀਜ਼ ਦੀ ਜ਼ਿੰਮੇਵਾਰੀ ਵੀ ਸਾਡੇ ਆਪਰੇਟਿੰਗ ਸਿਸਟਮ ਦੀ ਹੁੰਦੀ ਹੈ। ਸੋ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਦੇ ਟਾਈਮ ਤੇ ਸਾਨੂੰ ਕਮਿਊਨੀਕੇਸ਼ਨ ਦੀ ਜ਼ਰੂਰਤ ਪੈਂਦੀ ਹੈ, ਇਹ ਕਮਿਊਨੀਕੇਸ਼ਨ ਵੀ ਸਾਡਾ ਆਪਰੇਟਿੰਗ ਸਿਸਟਮ ਹੀ ਦਿੰਦਾ ਹੈ। ਫਿਰ ਕਿਸੇ ਕਿਸਮ ਦੀ ਜੇਕਰ ਕੋਈ ਗਲਤੀ ਹੋ ਜਾਂਦੀ ਹੈ, ਐਰਰ ਆ ਜਾਂਦੀ ਹੈ ਸਾਡੇ ਸਿਸਟਮ ਦੇ ਵਿੱਚ, ਉਸ ਐਰਰ ਨੂੰ ਰਿਮੂਵ ਕਰਨਾ, ਡਿਟੈਕਟ ਕਰਨਾ, ਇਹ ਜ਼ਿੰਮੇਵਾਰੀ ਵੀ ਸਾਡੇ ਆਪਰੇਟਿੰਗ ਸਿਸਟਮ ਦੀ ਹੀ ਹੁੰਦੀ ਹੈ। ਉਹਦੇ ਬਾਅਦ ਰਿਸੋਰਸ ਮੈਨੇਜਮੈਂਟ ਆ ਜਾਂਦਾ ਹੈ, ਡਿਫਰੈਂਟ ਟਾਈਪ ਦੇ ਰਿਸੋਰਸ, ਕਿਸ ਤਰ੍ਹਾਂ ਉਹ ਡਿਫਰੈਂਟ ਟਾਈਪ ਦੇ ਪ੍ਰੋਸੈਸ ਨੂੰ ਅਵੇਲੇਬਲ ਕਰਵਾਉਣੇ ਨੇ, ਠੀਕ ਹੈ। ਜਾਂ ਕਿਸੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਬੱਚੋ ਕਿ ਇੱਕ ਪ੍ਰੋਸੈਸ ਨੇ ਕਿਸੇ ਰਿਸੋਰਸ ਨੂੰ ਆਕੂਪਾਈ ਕੀਤਾ ਤਾਂ ਉਹ ਛੱਡਦਾ ਹੀ ਨਹੀਂ ਹੈ, ਠੀਕ ਹੈ, ਉਹ ਬੜੇ ਲੰਬੇ ਸਮੇਂ ਤੱਕ ਉਹਨੂੰ ਆਕੂਪਾਈ ਕਰਕੇ ਰੱਖਦਾ ਹੈ। ਇਹੋ ਜਿਹੇ ਪ੍ਰੋਸੈਸ ਤੋਂ ਵੀ ਉਹਨੂੰ ਫ੍ਰੀ ਕਰਵਾਉਣ ਦੀ ਜ਼ਿੰਮੇਵਾਰੀ ਆਪਰੇਟਿੰਗ ਸਿਸਟਮ ਦੀ ਹੁੰਦੀ ਹੈ, ਤਾਂ ਕਿ ਦੂਸਰੇ ਜਿੰਨੇ ਵੇਟਿੰਗ ਦੇ ਵਿੱਚ ਪ੍ਰੋਸੈਸ ਹੈਗੇ ਨੇ ਉਹਨਾਂ ਨੂੰ ਸੇਮ ਰਿਸੋਰਸ ਅਵੇਲੇਬਲ ਕਰਵਾਇਆ ਜਾ ਸਕੇ। ਫਿਰ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਵੀ ਸਾਡੇ ਆਪਰੇਟਿੰਗ ਸਿਸਟਮ ਦੀ ਹੈ, ਯੂਜ਼ਰਸ ਨੂੰ ਅਨਆਥੋਰਾਈਜ਼ਡ ਅਸੈਸ ਤੋਂ ਬਚਾਉਂਦਾ ਹੈ, ਡਿਫਰੈਂਟ ਯੂਜ਼ਰ ਨੂੰ ਡਿਫਰੈਂਟ ਪਾਸਵਰਡ ਦੇ ਨਾਲ ਅਸੀਂ ਜਿਹੜਾ ਹੈਗਾ ਪ੍ਰੋਟੈਕਸ਼ਨ ਦੇ ਸਕਦੇ ਹਾਂ। ਉਹਦੇ ਬਾਅਦ ਨੈਕਸਟ ਸਾਡੇ ਕੋਲ ਟੌਪਿਕ ਆ ਜਾਂਦਾ ਹੈ ਟਾਈਪਸ ਆਫ ਆਪਰੇਟਿੰਗ ਸਿਸਟਮ। ਕਿੰਨੀ ਤਰ੍ਹਾਂ ਦੇ ਸਾਡੇ ਕੋਲ ਆਪਰੇਟਿੰਗ ਸਿਸਟਮ ਅਵੇਲੇਬਲ ਨੇ, ਉਹਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਹੈਗਾ ਬੱਚੋ ਬੈਚ ਆਪਰੇਟਿੰਗ ਸਿਸਟਮ। ਪਹਿਲਾਂ ਇਹ ਚੱਲਦਾ ਹੁੰਦਾ ਸੀਗਾ। ਬੈਚ ਆਪਰੇਟਿੰਗ ਸਿਸਟਮ ਦੇ ਵਿੱਚ ਬੱਚੋ ਦੇਖੋ ਕੀ ਹੁੰਦਾ ਹੈ, ਇਹ ਡਾਇਰੈਕਟਲੀ ਯੂਜ਼ਰ ਇਹਨੂੰ ਯੂਜ਼ ਨਹੀਂ ਕਰਦਾ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਯੂਜ਼ਰ ਆਪਣੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਨੇ ਪੰਚ ਕਾਰਡ ਦੇ ਉੱਪਰ ਜਿਹੜਾ ਉਹਨਾਂ ਨੂੰ ਪ੍ਰਿੰਟ ਕਰਕੇ ਆਪਰੇਟਿੰਗ ਸਿਸਟਮ ਨੂੰ ਦੇ ਦਿੰਦਾ ਹੈ, ਠੀਕ ਹੈ। ਆਪਣੇ ਅਸੀਂ ਜੋ ਵੀ ਆਪਰੇਟਿੰਗ ਸਿਸਟਮ ਨਾਲ ਕੰਮ ਕਰਨਾ ਹੈ ਉਹਦੇ ਪੰਚ ਕਾਰਡ ਹੋਣਗੇ, ਪੰਚ ਕਾਰਡ ਦੇ ਉੱਪਰ ਅਸੀਂ ਆਪਣੀ ਰਿਕੁਆਇਰਮੈਂਟ ਬਣਾਵਾਂਗੇ, ਪ੍ਰੋਗਰਾਮ ਬਣਾਵਾਂਗੇ ਤੇ ਉਹ ਆਪਣੇ ਆਪਰੇਟਿੰਗ ਸਿਸਟਮ ਨੂੰ ਜਮ੍ਹਾਂ ਕਰਵਾ ਦੇਵਾਂਗੇ ਜੋ ਬਾਅਦ ਵਿੱਚ ਰਨ ਹੋਣਗੇ। ਆਪਰੇਟਿੰਗ ਸਿਸਟਮ ਕੀ ਕਰਦਾ ਹੈ ਕਿ ਸਾਰੇ ਜਿੰਨੇ ਵੀ ਪ੍ਰੋਸੈਸ ਹੁੰਦੇ ਉਹਨਾਂ ਨੂੰ ਇਕੱਠਿਆ ਕਰਦਾ ਹੈ, ਉਹਦੇ ਵਿੱਚ ਸੇਮ ਟਾਈਪ ਦੇ ਪ੍ਰੋਸੈਸ ਨੂੰ ਅਲੱਗ ਕਰੇਗਾ, ਉਹਨਾਂ ਦਾ ਇੱਕ ਬੈਚ ਬਣਾਏਗਾ। ਫਿਰ ਜਦੋਂ ਸਾਰੇ ਪ੍ਰੋਸੈਸ ਇਕੱਠੇ ਹੋ ਜਾਣਗੇ ਸੇਮ ਟਾਈਮ ਦੇ, ਫਿਰ ਉਹਨਾਂ ਨੂੰ ਰਨ ਕਰ ਦੇਗਾ। ਸੋ ਇਹ ਇੱਕ ਬੜਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈਗਾ ਹੈ। ਫਿਰ ਇਹ ਆਨਲਾਈਨ ਸਿੱਧਾ ਵੀ ਨਹੀਂ ਹੈਗਾ ਕਿ ਯੂਜ਼ਰ ਡਾਇਰੈਕਟਲੀ ਕੰਮ ਨਹੀਂ ਕਰ ਰਿਹਾ ਹੁੰਦਾ, ਇਨਡਾਇਰੈਕਟ ਵੇ ਦੇ ਨਾਲ ਕੰਮ ਕਰੇਗਾ। ਪਹਿਲਾਂ ਯੂਜ਼ਰ ਜਿਹੜਾ ਆਪਣੀ ਸਬਮਿਟ ਕਰੇਗਾ ਪ੍ਰੋਸੈਸ ਨੂੰ, ਉਹਦੇ ਬਾਅਦ ਉਹ ਪ੍ਰੋਸੈਸ ਜਿਹੜੇ ਸੇਮ ਟਾਈਪ ਦੇ ਪ੍ਰੋਸੈਸ ਇਕੱਠੇ ਹੋਣਗੇ ਤੇ ਫਿਰ ਉਹਦਾ ਬੈਚ ਬਣਨ ਦੇ ਬਾਅਦ ਹੀ ਉਹਨੂੰ ਰਨ ਕੀਤਾ ਜਾਂਦਾ ਹੈ। ਸੋ ਬੈਚ ਆਪਰੇਟਿੰਗ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਬੇਸਿਕਲੀ ਕੋਈ ਵੀ ਜੌਬ ਜਿਹੜੀ ਡਾਇਰੈਕਟਲੀ ਰਨ ਨਹੀਂ ਹੁੰਦੀ, ਉਸ ਜੌਬ ਦੇ ਬੈਚ ਬਣਦੇ ਨੇ, ਬੈਚ ਬਣਨ ਦੇ ਬਾਅਦ ਹੀ ਉਹਨੂੰ ਰਨ ਕੀਤਾ ਜਾਂਦਾ ਹੈ। ਇਹਦੇ ਵਿੱਚ ਫਿਰ ਯੂਜ਼ਰ ਅਤੇ ਕੰਮ ਦੇ ਵਿੱਚ ਕੋਈ ਆਪਸੀ ਤਾਲਮੇਲ ਨਹੀਂ ਹੁੰਦਾ, ਕਿਉਂਕਿ ਬੈਚ ਜਿਹੜਾ ਸਬਮਿਟ ਕਰਤਾ ਉਹਦੇ ਬਾਅਦ ਉਹਦੇ 'ਚ ਕੋਈ ਪ੍ਰੋਬਲਮ ਆਈ ਜਾਂ ਕਿਸੇ ਕਿਸਮ ਦੀ ਵੀ ਕੋਈ ਐਰਰ ਅਕਰ ਹੁੰਦੀ ਹੈ ਤਾਂ ਯੂਜ਼ਰ ਨੂੰ ਪਤਾ ਵੀ ਨਹੀਂ ਚੱਲਦਾ। ਫਿਰ ਮਕੈਨੀਕਲ ਇਨਪੁਟ ਆਊਟਪੁੱਟ ਯੰਤਰਾਂ ਦੀ ਰਫ਼ਤਾਰ CPU ਨਾਲੋਂ ਘੱਟ ਹੁੰਦੀ ਹੈ, ਕਿਉਂਕਿ ਜਿਹੜਾ ਜਿਸ ਤਰ੍ਹਾਂ ਕਾਰਡ ਰੀਡਰ ਹੈਗਾ ਹੈ ਜਿਹਦੇ ਨਾਲ ਅਸੀਂ ਪੰਚ ਕਾਰਡ ਦੇ ਨਾਲ ਉਹਨੂੰ ਰੀਡ ਕਰਾਂਗੇ, ਉਹ ਬਹੁਤ ਸਲੋ ਹੁੰਦਾ ਹੈ, ਜਦਕਿ ਪ੍ਰੋਸੈਸਰ ਬਹੁਤ ਫਾਸਟ ਹੈ। ਸੋ ਹੋ ਸਕਦਾ ਇੱਕ ਕਾਰਡ ਨੂੰ ਰੀਡ ਕਰ ਲੈ ਬਹੁਤ ਜ਼ਿਆਦਾ ਟਾਈਮ ਲੱਗ ਜੇ। ਸੋ ਇਸ ਕਰਕੇ ਆਪਰੇਟਿੰਗ ਸਿਸਟਮ ਕਾਫੀ ਸਲੋ ਹੋ ਜਾਂਦਾ ਹੈ ਤੇ ਜ਼ਿਆਦਾਤਰ ਟਾਈਮ ਸਾਡਾ CPU ਜਿਹੜਾ ਉਹ ਫ੍ਰੀ ਹੀ ਰਹਿੰਦਾ ਹੈ। ਸੋ ਇਹਦੇ ਵਿੱਚ ਜ਼ਰੂਰਤ ਅਨੁਸਾਰ ਤਰਜੀਹ ਦੇਣਾ ਵੀ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਇਹਦੇ 'ਚ ਇੱਕ ਬੈਚ ਹੀ ਰਨ ਹੋਣਾ ਹੈ, ਉਸ ਬੈਚ ਦੇ ਵਿੱਚ ਕੋਈ ਪ੍ਰਾਇੋਰਟੀ ਨਹੀਂ ਹੁੰਦੀ। ਹੋ ਸਕਦਾ ਹੈ ਸਾਡਾ ਅਨਨੈਸੈਸਰੀ ਬੈਚ ਜਿਹੜਾ ਪਹਿਲਾਂ ਰਨ ਹੋ ਜਾਏ ਤੇ ਜ਼ਰੂਰੀ ਬੈਚ ਜਿਹੜਾ ਉਹ ਲਾਸਟ ਦੇ ਉੱਪਰ ਰਨ ਹੋਵੇ। ਸੋ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਆਪਰੇਟਿੰਗ ਸਿਸਟਮ ਦੇ ਵਿੱਚ, ਪਹਿਲਾਂ ਰਨ ਹੁੰਦਾ ਸੀਗਾ। ਉਹਦੇ ਬਾਅਦ ਨੈਕਸਟ ਸੈਕੰਡ ਟਾਈਪ ਆਫ ਆਪਰੇਟਿੰਗ ਸਿਸਟਮ ਸਾਡੇ ਕੋਲ ਆ ਜਾਂਦਾ ਹੈ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ। ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੇ ਵਿੱਚ ਬੱਚੋ ਕੀ ਹੁੰਦਾ ਹੈ ਕਿ ਵੱਖੋ ਵੱਖਰੇ ਟਰਮੀਨਲਸ ਤੇ ਜਿਹੜੇ ਲੋਕ ਬੈਠੇ ਨੇ ਇੱਕੋ ਸਮੇਂ ਦੇ ਵਿੱਚ ਕਿਸੇ ਖਾਸ ਕੰਪਿਊਟਰ ਸਿਸਟਮ ਨੂੰ ਯੂਜ਼ ਕਰ ਸਕਦੇ ਨੇ ਯੂਜ਼ਿੰਗ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, ਠੀਕ ਹੈ। ਐਕਚੁਅਲੀ ਜਿਹੜਾ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਹੈਗਾ ਬੱਚੋ, ਇਹ ਮਲਟੀਟਾਸਕਿੰਗ ਤੇ ਮਲਟੀ ਪ੍ਰੋਗਰਾਮਿੰਗ ਦੀ ਇੱਕ ਲੌਜੀਕਲ ਐਕਸਟੈਂਸ਼ਨ ਇਹਨੂੰ ਕਿਹਾ ਜਾਂਦਾ ਹੈ। ਐਕਚੁਅਲੀ ਇਹੀ ਕੰਮ ਜਿਹੜਾ ਅਸੀਂ ਮਲਟੀਟਾਸਕਿੰਗ ਜਾਂ ਮਲਟੀ ਪ੍ਰੋਗਰਾਮਿੰਗ 'ਚ ਕਰਦੇ ਹਾਂ, ਇਹੀ ਸਾਡਾ ਟਾਈਮ ਸ਼ੇਅਰਿੰਗ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੀ ਕੰਮ ਹੁੰਦੇ ਨੇ, ਜਿਹਦੇ ਵਿੱਚ ਅਲੱਗ-ਅਲੱਗ ਟਰਮੀਨਲਸ ਤੇ ਬੈਠੇ ਹੋਏ ਯੂਜ਼ਰ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਜੌਬਸ ਹੈਗੀਆਂ ਨੇ ਉਹ ਟਾਈਮ ਸ਼ੇਅਰਿੰਗ ਦੇ ਨਾਲ ਉਹਨਾਂ ਨੂੰ ਰਨ ਕੀਤਾ ਜਾਂਦਾ ਹੈ। ਸੋ ਮਲਟੀਪਲ ਕੰਮਾਂ ਨੂੰ CPU ਰਾਹੀਂ ਉਹਨਾਂ ਵਿਚਕਾਰ ਸਵਿਚਿੰਗ ਤਕਨੀਕ ਦੇ ਨਾਲ ਅਸੀਂ ਉਹਨੂੰ ਰਨ ਕਰਦੇ ਹਾਂ। ਸਵਿਚਿੰਗ ਜਿਹੜੀ ਹੁੰਦੀ ਰਹੇਗੀ, ਪਹਿਲਾਂ ਇੱਕ ਯੂਜ਼ਰ ਨੂੰ ਟਾਈਮ ਮਿਲੇਗਾ, ਉਹਦੇ ਬਾਅਦ ਉਹਨਾਂ ਟਾਈਮ ਸਲੋਟ ਫਿਰ ਦੂਸਰੇ ਯੂਜ਼ਰ ਨੂੰ, ਫਿਰ ਤੀਸਰੇ ਨੂੰ। ਇਹ ਸਵਿਚਿੰਗ ਬੱਚੋ ਇੰਨੀ ਫਾਸਟ ਹੁੰਦੀ ਹੈ ਕਿ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਸਾਡਾ ਕਿਸੇ ਵਿੱਚ ਗੈਪ ਪੈ ਰਿਹਾ ਹੈ ਜਾਂ ਇੱਕ ਵਾਰੀ ਜਦੋਂ ਸਾਨੂੰ ਟਾਈਮ ਨਹੀਂ ਮਿਲ ਰਿਹਾ। ਐਕਚੁਅਲੀ ਇੰਨੀ ਫਾਸਟ ਸਵਿਚਿੰਗ ਹੁੰਦੀ ਹੈ ਕਿ ਸਾਨੂੰ ਵੈਸੇ ਰੀਅਲ ਟਾਈਮ ਹੀ ਲੱਗਦਾ ਜਿਸ ਤਰ੍ਹਾਂ ਸਾਡਾ ਅਸੀਂ ਹੀ ਕੰਮ ਕਰ ਰਹੇ ਹਾਂ, ਕੋਈ ਦੂਸਰਾ ਯੂਜ਼ਰ ਜਿਹੜਾ ਹੈਗਾ ਹੈ ਉਹ ਨਹੀਂ ਕਰ ਰਿਹਾ। ਸੋ ਟਾਈਮ ਸ਼ੇਅਰਿੰਗ ਦੇ ਵਿੱਚ ਸਵਿਚਿੰਗ ਟੈਕਨੀਕ ਜਿਹੜੀ ਆ ਉਹ ਯੂਜ਼ ਹੁੰਦੀ ਆ।
हर यूजर ਨੂੰ ਉਹਦਾ ਟਾਈਮ ਸਲੋਟ ਮਿਲਦਾ ਹੈ, ਉਸ ਟਾਈਮ ਸਲੋਟ ਦੇ ਅਕੋਰਡਿੰਗ ਹੀ ਪ੍ਰੋਸੈਸ ਜਿਹੜਾ ਵਰਕ ਕਰਦਾ ਹੈ। ਪਰ ਇਹ ਜਿਹੜਾ ਟਾਈਮ ਸਲੋਟਸ ਜਿਹੜੇ ਇੰਨੇ ਫਾਸਟ ਹੁੰਦੇ ਨੇ ਕਿ ਸਾਨੂੰ ਰੀਅਲ ਟਾਈਮ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਡਾਇਰੈਕਟਲੀ ਹੀ ਇਹਦੇ ਉੱਪਰ ਕੰਮ ਕਰ ਰਹੇ ਹਾਂ। ਸੋ ਇਹਦੇ ਕੁਝ ਐਡਵਾਂਟੇਜ ਤੇ ਡਿਸਐਡਵਾਂਟੇਜ ਹੈਗੇ ਨੇ। ਇਹਦੇ ਵਿੱਚ ਜਲਦੀ ਰਿਸਪਾਂਸ ਜਿਹੜਾ ਸਾਨੂੰ ਪ੍ਰਾਪਤ ਕਰਨ ਦੀ ਸਹੂਲਤ ਦਿੰਦਾ ਹੈ ਕਿ ਰਿਸਪਾਂਸ ਜਿਹੜਾ ਹੈਗਾ ਬਹੁਤ ਜਲਦੀ ਮਿਲ ਜਾਂਦਾ ਹੈ। ਸੌਫਟਵੇਅਰ ਦੀ ਡੁਪਲੀਕੇਸ਼ਨ ਨੂੰ ਰੋਕਦਾ ਹੈ ਤੇ CPU ਦਾ ਖਾਲੀ ਸਮਾਂ ਜਿਹੜਾ ਟਾਈਮ ਸ਼ੇਅਰਿੰਗ ਦੇ ਵਿੱਚ ਘਟਦਾ ਹੈ, ਕਿਉਂਕਿ CPU ਦਾ ਜਿਹੜਾ ਟਾਈਮ ਸਲੋਟ ਹਰ ਟਾਈਮ ਕਿਸੇ ਨਾ ਕਿਸੇ ਯੂਜ਼ਰ ਨੇ ਆਕੂਪਾਈ ਕੀਤਾ ਹੈ। ਸੋ ਮੈਕਸਿਮਮ ਟਾਈਮ ਸਾਡਾ ਜਿਹੜਾ CPU ਹੈਗਾ ਵਰਕਿੰਗ ਦੇ ਵਿੱਚ ਹੀ ਹੁੰਦਾ ਹੈ। ਇਹਦੀਆਂ ਕੁਝ ਹਾਨੀਆਂ ਵੀ ਹੈਗੇ ਨੇ, ਜਿਸ ਤਰ੍ਹਾਂ ਇਹਦੇ ਵਿੱਚ ਕਹਿੰਦਾ ਭਰੋਸੇਯੋਗ ਦੀ ਸਮੱਸਿਆ ਆਉਂਦੀ ਹੈ ਕਿ ਇਹ ਇੰਨਾ ਭਰੋਸੇਯੋਗ ਸਿਸਟਮ ਨਹੀਂ ਹੁੰਦਾ। ਕਈ ਵਾਰ ਕੀ ਹੁੰਦਾ ਹੈ ਕਿ ਟਾਈਮ ਸਲੋਟ ਜੇਕਰ ਵੱਧ ਜਾਣ ਤਾਂ ਹੋ ਸਕਦਾ ਯੂਜ਼ਰ ਨੂੰ ਟਾਈਮ ਨਾ ਮਿਲੇ ਤਾਂ ਯੂਜ਼ਰ ਜਿਹੜਾ ਉਨੀ ਦੇਰ ਫ੍ਰੀ ਬੈਠ ਜਾਏਗਾ। ਯੂਜ਼ਰ ਪ੍ਰੋਗਰਾਮ ਅਤੇ ਡਾਟਾ ਦੀ ਸੁਰੱਖਿਆ ਤੇ ਇੰਟੀਗ੍ਰਿਟੀ ਵੀ ਜਿਹੜੀ ਇਹਦੇ ਵਿੱਚ ਨਹੀਂ ਹੁੰਦੀ, ਕਿਉਂਕਿ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੇ ਵਿੱਚ ਕਿਸੇ ਵੇਲੇ ਜਿਹੜਾ ਹੈਗਾ ਹੈ ਹਾਰਮਫੁਲ ਯੂਜ਼ਰ ਵੀ ਇਹਦੇ ਵਿੱਚ ਵਰਕਿੰਗ ਦੇ ਵਿੱਚ ਆ ਜਾਂਦੇ ਨੇ। ਡਾਟਾ ਸੰਚਾਰ ਦੀ ਸਮੱਸਿਆ ਵੀ ਆਉਂਦੀ ਹੈ, ਕਿਉਂਕਿ ਜਿਹੜਾ ਅਸੀਂ ਡਾਟਾ ਕਿਸੇ ਵੇਲੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਭੇਜਣਾ ਹੈ, ਜੇਕਰ ਸਾਨੂੰ ਉਸ ਟਾਈਮ ਤੋਂ ਟਾਈਮ ਸਲੋਟ ਨਹੀਂ ਮਿਲਦਾ ਤਾਂ ਸਾਡਾ ਜਿਹੜਾ ਡਾਟਾ ਉਹ ਲੇਟ ਹੋਏਗਾ। ਸੋ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਸ ਹੈਗੀਆਂ ਨੇ, ਪਰ ਫਿਰ ਵੀ ਇਹ ਬੈਚ ਆਪਰੇਟਿੰਗ ਸਿਸਟਮ ਦੇ ਨਾਲੋਂ ਟਾਈਮ ਸ਼ੇਅਰਿੰਗ ਜਿਹੜਾ ਆਪਰੇਟਿੰਗ ਸਿਸਟਮ ਸਾਡਾ ਜਿਹੜਾ ਉਹ ਜ਼ਿਆਦਾ ਵਧੀਆ ਹੈਗਾ ਹੈ। ਇਹਦੇ ਬੈਚ ਆਪਰੇਟਿੰਗ ਸਿਸਟਮ ਦੇ ਵਿੱਚ ਤਾਂ CPU ਜ਼ਿਆਦਾਤਰ ਟਾਈਮ ਫ੍ਰੀ ਹੀ ਰਹਿੰਦਾ ਸੀ, ਪਰ ਟਾਈਮ ਸ਼ੇਅਰਿੰਗ ਦੇ ਵਿੱਚ CPU ਦਾ ਆਪਟੀਮਮ ਯੂਜ਼ ਜਿਹੜਾ ਹੁੰਦਾ ਹੈ, ਕਿਉਂਕਿ ਹਰ ਯੂਜ਼ਰ ਨੂੰ ਅਲੱਗ-ਅਲੱਗ ਟਾਈਮ ਸਲੋਟ ਮਿਲਦਾ ਹੈ। ਸਵਿਚਿੰਗ ਟੈਕਨੀਕ ਦੇ ਨਾਲ ਇਹ ਵਰਕ ਕਰਦਾ ਹੈ। ਨੈਕਸਟ ਹੈਗਾ ਬੱਚੋ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ। ਹੁਣ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਦੇ ਵਿੱਚ ਕੀ ਹੁੰਦਾ ਹੈ ਬੱਚੋ, ਇਹਦੇ ਵਿੱਚ ਅਸੀਂ ਮਲਟੀਪਲ ਯੂਜ਼ਰਸ ਜਿਹੜੇ ਨੇ ਕੰਮ ਕਰਦੇ ਨੇ ਤੇ ਮਲਟੀਪਲ ਪ੍ਰੋਸੈਸਰ ਜਿਹੜੇ ਲੱਗੇ ਹੁੰਦੇ ਨੇ। ਠੀਕ ਆ, ਇੱਕ ਤੋਂ ਜ਼ਿਆਦਾ ਪ੍ਰੋਸੈਸਰ ਜਿਹੜੇ ਵਰਕਿੰਗ 'ਚ ਹੁੰਦੇ ਨੇ। ਸੋ ਇਹਦੇ ਵਿੱਚ ਤਾਂ ਸਿੰਗਲ ਪ੍ਰੋਸੈਸਰ ਦਾ ਹੀ ਟਾਈਮ ਸ਼ੇਅਰ ਕੀਤਾ ਸੀ, ਇਸ ਕਰਕੇ ਕਿਸੇ ਵੇਲੇ ਪ੍ਰੋਬਲਮ ਆ ਜਾਂਦੀ ਸੀ। ਬਟ ਜਿੱਥੇ ਫਿਰ ਮਲਟੀਪਲ ਪ੍ਰੋਸੈਸਰ ਆ ਜਾਣਗੇ, ਮਲਟੀਪਲ ਯੂਜ਼ਰਸ ਨੂੰ ਜਿਹੜੀਆਂ ਫੈਸਿਲਿਟੀ ਪ੍ਰੋਵਾਈਡ ਕਰਨਗੇ, ਉਸ ਕੇਸ ਦੇ ਵਿੱਚ ਇਹ ਜਿਹੜਾ ਸਾਡਾ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਹੈਗਾ ਬਹੁਤ ਜ਼ਿਆਦਾ ਫਾਸਟ ਹੋ ਜਾਂਦਾ ਹੈ। ਇਹਦੇ ਵਿੱਚ ਟਾਈਮ ਸ਼ੇਅਰਿੰਗ ਦੀਆਂ ਜਿੰਨੀਆਂ ਵੀ ਕਮੀਆਂ ਸਨ ਸਾਰੀਆਂ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਦੇ ਵਿੱਚ ਰਿਮੂਵ ਕੀਤੀਆਂ ਨੇ। ਇਹਦੇ ਨਾਲ ਹਰ ਯੂਜ਼ਰ ਜਿਹੜਾ ਹੈਗਾ ਅਲੱਗ-ਅਲੱਗ ਪ੍ਰੋਸੈਸਰ ਨੂੰ ਅਲੱਗ-ਅਲੱਗ ਟਾਈਮ ਤੇ ਯੂਜ਼ ਕਰ ਸਕਦਾ ਹੈ। ਠੀਕ ਹੈ, ਇਹਦੇ ਵਿੱਚ ਰਿਸੋਰਸ ਸ਼ੇਅਰਿੰਗ ਜਿਹੜੀ ਹੈਗੀ ਆ ਉਹ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ, ਕਿਉਂਕਿ ਅਲੱਗ-ਅਲੱਗ ਪ੍ਰੋਸੈਸਰ ਨੂੰ ਅਲੱਗ-ਅਲੱਗ ਯੂਜ਼ਰ ਯੂਜ਼ ਕਰ ਰਹੇ ਨੇ। ਫਿਰ ਇਲੈਕਟ੍ਰੋਨਿਕ ਮੇਲ ਦੀ ਮਦਦ ਨਾਲ ਅਸੀਂ ਡਾਟਾ ਜਿਹੜਾ ਹੈਗਾ ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਤੇ ਈਜ਼ੀਲੀ ਜਿਹੜਾ ਸੈਂਡ ਕੀਤਾ ਜਾ ਸਕਦਾ ਹੈ। ਬਹੁਤ ਫਾਸਟ ਸਾਡਾ ਆਪਰੇਟਿੰਗ ਸਿਸਟਮ ਹੈਗਾ ਹੈ। ਸੋ ਇਹਦੇ ਵਿੱਚ ਜੇਕਰ ਬਾਈ ਚਾਂਸ ਕੋਈ ਇੱਕ ਸਾਈਟ ਕੰਮ ਕਰਨਾ ਬੰਦ ਵੀ ਕਰ ਦੇ, ਬਾਕੀ ਦੀਆਂ ਸਾਈਟਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਲੱਗ-ਅਲੱਗ ਪ੍ਰੋਸੈਸਰ ਹੈਗੇ ਨੇ, ਅਲੱਗ-ਅਲੱਗ ਸਾਈਟਸ ਤੇ ਕੰਮ ਕਰ ਰਹੇ ਨੇ। ਸੋ ਬਾਕੀ ਦੀਆਂ ਸਾਈਟਸ ਦੀ ਵਰਕਿੰਗ ਜਿਹੜੀ ਉਸੇ ਤਰ੍ਹਾਂ ਹੀ ਰਹਿੰਦੀ ਹੈਗੀ ਆ। ਸੋ ਇੱਕ ਅੱਛੀ ਫੈਸਿਲਿਟੀਜ਼ ਜਿਹੜੀ ਹੈਗੀ ਆ ਅਸੀਂ ਆਪਣੇ ਕਸਟਮਰ ਨੂੰ ਪ੍ਰੋਵਾਈਡ ਕਰ ਸਕਦੇ ਹਾਂ। ਸੋ ਹੋਸਟ ਕੰਪਿਊਟਰ ਤੇ ਲੋਡ ਦੀ ਜਿਹੜੀ ਆ ਉਹ ਵੀ ਕਮੀ ਆਉਂਦੀ ਹੈ, ਕਿਉਂਕਿ ਜ਼ਿਆਦਾਤਰ ਮਲਟੀਪਲ ਪ੍ਰੋਸੈਸਰ ਲੱਗੇ ਨੇ। ਸੋ ਸਿੰਗਲ ਪ੍ਰੋਸੈਸਰ ਦੇ ਉੱਪਰ ਲੋਡ ਨਹੀਂ ਹੋਏਗਾ, ਇਸ ਕਰਕੇ ਲੋਡ ਸ਼ੇਡਿੰਗ ਘੱਟ ਹੋਏਗੀ। ਇਹਦੇ ਵਿੱਚ ਡਾਟਾ ਪ੍ਰੋਸੈਸ ਵਿੱਚ ਜਿਹੜੀ ਕੋਈ ਦੇਰੀ ਵੀ ਨਹੀਂ ਹੋਏਗੀ, ਕਿਉਂਕਿ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਦੇ ਵਿੱਚ ਅਲੱਗ-ਅਲੱਗ ਪ੍ਰੋਸੈਸਰ ਜਿਹੜਾ ਅਲੱਗ-ਅਲੱਗ ਫੈਸਿਲਿਟੀ ਪ੍ਰੋਵਾਈਡ ਕਰੇਗਾ। ਸੋ ਈਜ਼ੀਲੀ ਜਿਹੜਾ ਡਾਟਾ ਹੈਗਾ ਹੈ ਉਹ ਹਰ ਯੂਜ਼ਰ ਨੂੰ ਅਵੇਲੇਬਲ ਹੋ ਜਾਏਗਾ। ਇਹਦੇ ਵਿੱਚ ਜਿਹੜਾ ਟਾਈਮ ਜਿਹੜਾ ਹੈਗਾ, ਜਿਸ ਤਰ੍ਹਾਂ ਟਾਈਮ ਸ਼ੇਅਰਿੰਗ ਦੇ ਵਿੱਚ ਪ੍ਰੋਬਲਮ ਆ ਜਾਂਦੀ ਸੀ, ਡਿਸਟ੍ਰੀਬਿਊਟਡ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਨੈਕਸਟ ਫਿਰ ਬੱਚੋ ਸਾਡੇ ਕੋਲ ਆ ਜਾਂਦਾ ਹੈ ਨੈਟਵਰਕ ਆਪਰੇਟਿੰਗ ਸਿਸਟਮ। ਇਹ ਜ਼ਿਆਦਾਤਰ ਜਿਹੜੇ ਨੈਟਵਰਕਸ ਦੇ ਉੱਪਰ ਅਸੀਂ ਅਪਲਾਈ ਕਰਦੇ ਹਾਂ। ਸਾਡੇ ਕੋਲ ਬਹੁਤ ਸਾਰੀਆਂ ਨੈਟਵਰਕ ਦੀਆਂ ਵਿੰਡੋ ਵੀ ਅਵੇਲੇਬਲ ਨੇ, ਜਿਸ ਤਰ੍ਹਾਂ ਨੈਟਵਰਕ ਵਿੰਡੋ ਸਰਵਰ 2003, 2008, ਯੂਨਿਕਸ, ਲਾਈਨੈਕਸ, ਇਹ ਸਾਰੀਆਂ ਸਾਡੇ ਕੋਲ ਨੈਟਵਰਕ ਦੀਆਂ ਵਿੰਡੋ ਨੇ। ਸਾਡੇ ਕੰਪਿਊਟਰ ਸਿਸਟਮ ਜਿਹੜੇ ਸਕੂਲ ਦੇ ਵਿੱਚ ਨੇ ਉਹਦੇ ਉੱਪਰ ਵੀ ਨੈਟਵਰਕ ਆਪਰੇਟਿੰਗ ਸਿਸਟਮ ਹੀ ਇੰਸਟਾਲ ਹੈਗਾ ਹੈ। ਸੋ ਇਹਨੂੰ ਅਸੀਂ ਯੂਜ਼ ਕਰਦੇ ਹਾਂ। ਨੈਟਵਰਕ ਆਪਰੇਟਿੰਗ ਸਿਸਟਮ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਆਪਰੇਟਿੰਗ ਸਿਸਟਮ ਸਾਡਾ ਸਰਵਰ ਦੇ ਉੱਪਰ ਇੰਸਟਾਲ ਹੁੰਦਾ ਹੈ, ਬਾਕੀ ਕਲਾਇੰਟਸ ਜਿਹੜੇ ਉਹਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ, ਉਹਦੇ ਸਰਵਰ ਕੋਲ ਫੈਸਿਲਿਟੀਜ਼ ਲੈਂਦੇ ਨੇ। ਜਿਸ ਤਰ੍ਹਾਂ ਵਿੱਚ ਹੁਣ ਸਾਡੇ ਵੀ ਜਿਹੜਾ ਕੰਪਿਊਟਰ ਸਿਸਟਮ ਦੇ ਵਿੱਚ ਇੱਕ ਦੇ ਵਿੱਚ ਹੀ ਅਸੀਂ ਆਪਰੇਟਿੰਗ ਸਿਸਟਮ ਇੰਸਟਾਲ ਕੀਤਾ, ਬਾਕੀ ਸਾਰੇ ਕਲਾਇੰਟਸ ਜਿਹੜੇ ਨੇ ਬਿਨਾਂ CPU ਦੇ ਨੇ, ਬਟ ਉਹਨਾਂ ਉੱਪਰ ਵੀ ਸਾਡੀ ਵਰਕਿੰਗ ਜਿਹੜੀ ਪ੍ਰੋਪਰਲੀ ਚੱਲਦੀ ਹੈ। ਅਸੀਂ ਕੋਈ ਵੀ ਪ੍ਰੋਗਰਾਮ ਉਹਦੇ ਤੇ ਚਲਾ ਸਕਦੇ ਹਾਂ। ਸੋ ਇਹਦੇ ਵਿੱਚ ਸੈਂਟਰਲਾਈਜ਼ ਸਰਵਰ ਦੇ ਉੱਪਰ ਡਾਟਾ ਸਾਡਾ ਹੁੰਦਾ ਹੈ, ਜਿਹਨੂੰ ਜਿਹੜਾ ਹੈਗਾ ਹੈ ਕਿ ਉਹੀ ਸਾਰੇ ਫੈਸਿਲਿਟੀਜ਼ ਜਿਹੜੀਆਂ ਕਲਾਇੰਟਸ ਨੂੰ ਪ੍ਰੋਵਾਈਡ ਕਰਦਾ ਹੈ। ਸੋ ਸੁਰੱਖਿਆ ਸਰਵਰ ਰਾਹੀਂ ਹੀ ਮੈਨੇਜ ਕੀਤੀ ਜਾਂਦੀ ਹੈ। ਜਿੰਨੀ ਸਿਕਿਉਰਿਟੀ ਹੈਗੀ ਆ ਉਹ ਸਾਡਾ ਸਰਵਰ ਹੀ ਸਾਨੂੰ ਪ੍ਰੋਵਾਈਡ ਕਰਵਾਉਂਦਾ ਹੈਗਾ ਹੈ। ਸੋ ਇਹਦੇ 'ਚ ਨਵੀਂ ਤਕਨੀਕਾਂ ਦੇ ਹਾਰਡਵੇਅਰ ਨੂੰ ਅਪਗ੍ਰੇਡ ਸਿਸਟਮ ਰਾਹੀਂ ਆਸਾਨੀ ਨਾਲ ਅਸੀਂ ਉਹਦੇ ਨਾਲ ਜੋੜ ਸਕਦੇ ਹਾਂ।
ठीक है। कोई भी जिहड़ा नवा हार्डवेयर हैगा है असी नैटवर्क ऑपरेटिंग सिस्टम दे विच ईजिली इंस्टॉल किया जा सकता है। सर्वर नूं वक्री लोकेशन ते रिमोट एक्सैस करना संभव हुंदा है। किसी भी सर्वर नूं असी सर्वर की किसी भी फाइल नूं असी किसी भी क्लाइंट ते बैठ के असैस कर सकते हैं। बस यही है कि उहदी असैस की सानूं परमिशनस मिलियां होण, ठीक है। सो असी इस तरह नैटवर्क ऑपरेटिंग सिस्टम जिहड़ा हैगा इहनूं ईजिली यूज कर सकते हैं। जिस तरह इहदे कुछ लाभ ने कुछ हानियां भी ने। पहली हानि तो यही है कि सर्वर इहदा महंगा हुंदा है, सो इहनूं खरीदना थोड़ा जिहा सानूं कॉस्टली पैंदा है। सैकंड है कई कामां लई सेंट्रल लोकेशन सर्वर ते ही निर्भर करती है। जेकर सर्वर असैस प्रोवाइड करता है तद ही सानूं बाकी क्लाइंट्स नूं डाटा मिलेगा। ਇਹਦੇ ਚ ਇਹ ਵੀ ਹੈ ਜੇਕਰ ਸਪੋਜ਼ ਕਿ ਸਾਡਾ ਸਰਵਰ ਹੀ ਖਰਾਬ ਹੋ ਜੇ ਤਾਂ ਸਾਡੇ ਸਾਰੇ ਕਲਾਇੰਟਸ ਵੀ ਬੰਦ ਹੋ ਜਾਣਗੇ। ਇਹ ਮੇਨ ਇਹਦੀਆਂ ਹਾਨੀਆਂ ਨੇ। ਸੋ ਇਹਦੇ ਵਿੱਚ ਇਹਨੂੰ ਰੈਗੂਲਰ ਜਿਹੜਾ ਹੈਗਾ ਅਪਡੇਸ਼ਨ ਲਈ ਸਾਨੂੰ ਐਕਸਟਰਾ ਕਾਸਟ ਵੀ ਪੇ ਕਰਨੀ ਪੈਂਦੀ ਹੈ। ਟਾਈਮ ਟੂ ਟਾਈਮ ਇਹਨੂੰ ਅਪਡੇਟ ਕਰਨਾ ਜਿਹੜਾ ਜ਼ਰੂਰੀ ਹੁੰਦਾ ਹੈ। ਫਿਰ ਵੀ ਜਿਹੜਾ ਨੈਟਵਰਕ ਆਪਰੇਟਿੰਗ ਸਿਸਟਮ ਬੇਸ਼ੱਕ ਕੁਛ ਆਉਂਦੀਆਂ ਵੀ ਨੇ ਪਰ ਫਿਰ ਵੀ ਇਹ ਬੈਸਟ ਆਪਰੇਟਿੰਗ ਸਿਸਟਮ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਉਹਦੇ ਬਾਅਦ ਨੈਕਸਟ ਹੈਗਾ ਰੀਅਲ ਟਾਈਮ ਆਪਰੇਟਿੰਗ ਸਿਸਟਮ। ਰੀਅਲ ਟਾਈਮ ਆਪਰੇਟਿੰਗ ਸਿਸਟਮ ਕੀ ਹੁੰਦਾ ਬੱਚਿਓ, ਜਿੱਥੇ ਮਲਟੀਪਲ ਯੂਜ਼ਰ ਨੂੰ ਕੁਇਕ ਰਿਸਪੌਂਸ ਚਾਹੀਦਾ ਹੁੰਦਾ ਹੈ, ਠੀਕ ਹੈ। ਇਹ ਵੀ ਟਾਈਮ ਸ਼ੇਅਰਿੰਗ ਦੀ ਤਰ੍ਹਾਂ ਹੀ, ਬਟ ਟਾਈਮ ਸ਼ੇਅਰਿੰਗ ਤੇ ਰੀਅਲ ਟਾਈਮ ਦੇ ਵਿੱਚ ਇੱਕ ਹੀ ਡਿਫਰੈਂਸ ਹੈਗਾ ਹੈ। ਟਾਈਮ ਸ਼ੇਅਰਿੰਗ ਦੇ ਵਿੱਚ ਰਿਸਪੌਂਸ ਦੀ ਡਿਲੇ ਹੋ ਸਕਦੀ ਹੈ, ਪਰ ਰੀਅਲ ਟਾਈਮ ਆਪਰੇਟਿੰਗ ਸਿਸਟਮ ਦੇ ਵਿੱਚ ਰਿਸਪੌਂਸ ਦੀ ਕੋਈ ਡਿਲੇ ਨਹੀਂ ਹੁੰਦੀ। ਡਾਇਰੈਕਟਲੀ ਤੁਹਾਨੂੰ ਜਿਹੜਾ ਹੈਗਾ ਹੈ ਰਿਸਪੌਂਸ ਟਾਈਮ ਜਿਹੜਾ ਹੈਗਾ ਤੁਹਾਡਾ ਬਹੁਤ ਹੀ ਘੱਟ ਹੁੰਦਾ ਹੈ। ਵੱਡੇ ਵੱਡੇ ਜਿਹੜੇ ਸਿਸਟਮ ਹੈਗੇ ਨੇ जिस तरह मेडिकल अमेजिंग सिस्टम हो गया, इंडस्ट्री कंट्रोल सिस्टम हो गया, वैपन कंट्रोल सिस्टम हो गया, रॉबोट हो गया, एयर ट्रैफिक हो गया, ठीक है। ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਟ੍ਰੈਫਿਕ ਕੰਟਰੋਲ ਸਿਸਟਮ ਹੋ ਗਿਆ, ਇਹਦੇ ਵਿੱਚ ਵੀ ਸਾਡਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਹੀ ਕੰਮ ਕਰਦਾ ਹੈ, ਕੁਇਕ ਰਿਸਪੌਂਸ ਦੇ ਨਾਲ ਜਿਹੜਾ ਵਰਕ ਕਰੇਗਾ। ਸੋ ਇਸ ਤਰ੍ਹਾਂ ਇਹ ਸਾਡੇ ਡਿਫਰੈਂਟ ਟਾਈਪਸ ਦੇ ਆਪਰੇਟਿੰਗ ਸਿਸਟਮ ਹੈਗੇ ਬੱਚੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਨੈਕਸਟ ਸਾਡਾ ਹੈਗਾ ਡਿਫਰੈਂਸ ਬਿਟਵੀਨ ਡਿਸਕ ਆਪਰੇਟਿੰਗ ਸਿਸਟਮ ਐਂਡ ਵਿੰਡੋ। ਦੋ ਤਰ੍ਹਾਂ ਦੇ ਦੇਖੋ ਸਾਡੇ ਕੋਲ ਆਪਰੇਟਿੰਗ ਸਿਸਟਮ ਜਿਹੜੇ ਯੂਜ਼ ਹੁੰਦੇ ਨੇ, ਡੋਸ ਐਂਡ ਵਿੰਡੋ। ਡਿਸਕ ਆਪਰੇਟਿੰਗ ਸਿਸਟਮ ਜਿਹੜਾ ਹੈਗਾ ਹੈ ਇਹ ਸਾਡਾ ਕਮਾਂਡ ਬੇਸ ਆਪਰੇਟਿੰਗ ਸਿਸਟਮ ਹੈਗਾ ਹੈ, ਤੇ ਵਿੰਡੋ ਸਾਡੀ ਜਿਹੜੀ ਹੈਗੀ ਹੈ ਇਹ ਗ੍ਰਾਫਿਕਲ ਯੂਜ਼ਰ ਇੰਟਰਫੇਸ ਸਿਸਟਮ ਹੈਗਾ ਹੈ। ਡੋਸ ਜਿਹੜੀ ਹੈਗੀ ਸੀ 1981 ਦੇ ਵਿੱਚ ਸਭ ਤੋਂ ਪਹਿਲਾਂ ਬਣੀ ਸੀਗੀ, ਇਹਨੂੰ ਯੂਜ਼ ਕੀਤਾ ਗਿਆ। ਡੋਸ ਦੇ ਨਾਲ ਹੀ ਫਿਰ ਜਿਹੜਾ ਆਪਰੇਟਿੰਗ ਸਿਸਟਮ ਵਿੰਡੋ ਜਿਹੜਾ ਹੈਗਾ ਹੈ 1985 ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਵਿੰਡੋ ਡਿਵੈਲਪ ਹੋਈ, ਠੀਕ ਹੈ। ਇਹਦੇ ਬਾਅਦ ਇਹਦੇ ਬਹੁਤ ਸਾਰੇ ਵਰਜ਼ਨ ਜਿਹੜੇ ਆਏ ਨੇ, ਜਿਸ ਤਰ੍ਹਾਂ ਪਹਿਲਾਂ ਵਿੰਡੋ 95 ਹੁੰਦੀ ਸੀ, ਫਿਰ ਵਿੰਡੋ 98 ਆਈ, ਫਿਰ ਉਹਦੇ ਬਾਅਦ ਵਿੰਡੋ XP ਆਈ, ਫਿਰ XP ਦੇ ਬਹੁਤ ਸਾਰੇ ਵਰਜ਼ਨ ਆਏ, XP ਫਸਟ ਐਡੀਸ਼ਨ, ਸੈਕੰਡ ਐਡੀਸ਼ਨ, ਠੀਕ ਹੈ। XP ਦੇ ਬਾਅਦ ਫਿਰ ਸਾਡੀ ਵਿੰਡੋ 7 ਆਈ, ਠੀਕ ਹੈ। ਇਹਦੇ ਵਿੱਚ ਵੀ ਹੋਰ ਕਈ ਵਿੰਡੋ ਆਈਆਂ ਨੇ। ਇਹਦੇ ਇਲਾਵਾ ਫਿਰ ਵਿੰਡੋ 7, 8, 10 ਲੇਟੈਸਟ ਵਰਜ਼ਨ ਜਿਹੜੇ ਹੁਣ ਯੂਜ਼ ਹੋ ਰਹੇ ਨੇ। ਇਸ ਤਰ੍ਹਾਂ ਵਿੰਡੋਜ਼ ਤੇ ਬਹੁਤ ਸਾਰੇ ਸਾਡੇ ਕੋਲ ਵਰਜ਼ਨ ਜਿਹੜੇ ਇਸ ਟਾਈਮ ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਸੋ ਡੋਸ ਐਂਡ ਵਿੰਡੋਜ਼ ਦੇ ਵਿੱਚ ਮੇਨ ਡਿਫਰੈਂਸ ਕੀ ਹੈਗਾ ਹੈ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਮੇਨ ਇਹਦੇ ਵਿੱਚ 5 ਡਿਫਰੈਂਸ ਮੇਨ ਲੈ ਕੇ ਚੱਲਦੇ ਹਾਂ। ਡੋਸ ਜਿਹੜਾ ਹੈਗਾ ਬੱਚੋ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਹੈਗਾ, ਐਟ ਅ ਟਾਈਮ ਤੇ ਇੱਕ ਹੀ ਯੂਜ਼ਰ ਇਹਦੇ ਵਿੱਚ ਕੰਮ ਕਰ ਸਕਦਾ ਹੈ। ਬਟ ਵਿੰਡੋ ਸਾਡਾ ਜਿਹੜਾ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈ, ਇੱਕ ਤੋਂ ਜ਼ਿਆਦਾ ਯੂਜ਼ਰ ਜਿਹੜੇ ਨੇ ਇਹਦੇ ਵਿੱਚ ਐਟ ਅ ਟਾਈਮ ਤੇ ਕੰਮ ਕਰ ਸਕਦੇ ਨੇ। ਡੋਸ ਜਿਹੜਾ ਹੈਗਾ ਸਾਡਾ ਸਿੰਗਲ ਟਾਸਕਿੰਗ ਆਪਰੇਟਿੰਗ ਸਿਸਟਮ ਹੈ, ਐਟ ਅ ਟਾਈਮ ਤੇ ਇਹਦੇ ਤੇ ਇੱਕ ਹੀ ਟਾਸਕ ਜਿਹੜੀ ਰਨ ਹੋਏਗੀ, ਜਦਕਿ ਵਿੰਡੋ ਸਾਡਾ ਜਿਹੜਾ ਮਲਟੀ ਟਾਸਕਿੰਗ ਆਪਰੇਟਿੰਗ ਸਿਸਟਮ ਹੈ, ਇੱਕ ਤੋਂ ਜ਼ਿਆਦਾ ਟਾਸਕ ਨੂੰ ਅਸੀਂ ਐਟ ਅ ਟਾਈਮ ਤੇ ਇਹਦੇ ਵਿੱਚ ਰਨ ਕਰ ਸਕਦੇ ਹਾਂ। ਡੋਸ ਦੇ ਵਿੱਚ ਬੱਚੋ ਟਾਈਮ ਸ਼ੇਅਰਿੰਗ ਦੀ ਕੋਈ ਵੀ ਫੈਸਿਲਿਟੀ ਅਵੇਲੇਬਲ ਨਹੀਂ ਹੁੰਦੀ ਸਾਡੇ ਕੋਲ, ਠੀਕ ਹੈ। ਪਰ ਵਿੰਡੋ ਦੇ ਵਿੱਚ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਹੀ ਅਵੇਲੇਬਲ ਹੈਗਾ ਹੈ। ਅਸੀਂ ਟਾਈਮ ਸ਼ੇਅਰਿੰਗ ਜਿਹੜੀ ਆ ਵਿੰਡੋ ਆਪਰੇਟਿੰਗ ਸਿਸਟਮ ਦੇ ਵਿੱਚ ਕਰ ਸਕਦੇ ਹਾਂ। ਡੋਸ ਦੇ ਵਿੱਚ ਬੱਚੋ ਮੇਨ ਜਿਹੜਾ ਇਨਪੁਟ ਦਾ ਯੰਤਰ ਹੈਗਾ ਉਹ ਕੀਬੋਰਡ ਹੈਗਾ। ਅਸੀਂ ਕੀਬੋਰਡ ਦੇ ਨਾਲ ਹੀ ਡਾਇਰੈਕਟਲੀ ਕਮਾਂਡ ਟਾਈਪ ਕਰਕੇ ਇਹਦੇ 'ਚ ਡਿਫਰੈਂਟ ਕਮਾਂਡਸ ਜਿਹੜੀਆਂ ਉਹਨਾਂ ਨੂੰ ਰਨ ਕਰਦੇ ਹਾਂ। ਬਟ ਵਿੰਡੋ ਦੇ ਵਿੱਚ ਇਨਪੁਟ ਲਈ ਸਾਡੇ ਕੋਲ ਕੀਬੋਰਡ ਦੇ ਨਾਲ ਮਾਊਸ ਵੀ ਅਵੇਲੇਬਲ ਹੈ, ਕਿਉਂਕਿ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈ। ਇਹਦੇ ਵਿੱਚ ਅਸੀਂ ਮਾਊਸ ਦੇ ਨਾਲ ਕਲਿੱਕ ਕਰਕੇ ਕਿਸੇ ਪ੍ਰੋਗਰਾਮ ਨੂੰ ਚਲਾ ਸਕਦੇ ਹਾਂ, ਜਾਂ ਬਹੁਤ ਸਾਰੀਆਂ ਕਮਾਂਡਸ ਜਿਹੜੀਆਂ ਅਸੀਂ ਮਾਊਸ ਦੇ ਨਾਲ ਹੀ ਰਨ ਕਰ ਸਕਦੇ ਹਾਂ। ਇਹਦੇ ਵਿੱਚ ਬੱਚੋ ਕਰੈਕਟਰ ਯੂਜ਼ਰ ਇੰਟਰਫੇਸ ਅਸੀਂ ਇਹਨੂੰ ਕਹਿੰਦੇ ਹਾਂ, ਕਿਉਂਕਿ ਇਹਦੇ 'ਚ ਜੋ ਵੀ ਅਸੀਂ ਟਾਈਪ ਕਰਨਾ ਹੈ ਉਹਨੂੰ ਕਰੈਕਟਰ ਦੇ ਰਾਹੀਂ ਟਾਈਪ ਕਰਕੇ ਆਪਣੀ ਕਮਾਂਡ ਨੂੰ ਰਨ ਕਰ ਸਕਦੇ ਹਾਂ। ਬਟ ਵਿੰਡੋ ਜਿਹੜਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੈ, ਸਾਡੇ ਕੋਲ ਗ੍ਰਾਫਿਕਲ ਵੇ ਦੇ ਨਾਲ ਅਸੀਂ ਕਮਾਂਡਸ ਜਿਹੜੀਆਂ ਰਨ ਕਰ ਸਕਦੇ ਹਾਂ। ਆਈਕਨ ਤੇ ਡਬਲ ਕਲਿੱਕ ਕਰਕੇ ਕਿਸੇ ਪ੍ਰੋਗਰਾਮ ਨੂੰ ਚਲਾ ਸਕਦੇ ਹਾਂ, ਮਾਊਸ ਦੇ ਨਾਲ ਰਾਈਟ ਕਲਿੱਕ ਕਰਕੇ ਕਿਸੇ ਚੀਜ਼ ਨੂੰ ਡਿਲੀਟ ਕਰ ਸਕਦੇ ਹਾਂ, ਕਾਪੀ ਕਰ ਸਕਦੇ ਹਾਂ। ਬਹੁਤ ਸਾਰੇ ਆਪਰੇਸ਼ਨ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਗ੍ਰਾਫਿਕਲੀ ਪਰਫਾਰਮ ਕਰ ਸਕਦੇ ਹਾਂ। ਇਹੀ ਮੇਨ ਡਿਫਰੈਂਸ ਹੈਗਾ ਬੱਚੋ ਇਹਨਾਂ ਦੋਨਾਂ ਦੇ ਵਿੱਚ। ਉਹਦੇ ਬਾਅਦ ਨੈਕਸਟ ਬੱਚੋ ਸਾਡੇ ਕੋਲ ਹੈਗਾ ਲਾਈਨੈਕਸ ਆਪਰੇਟਿੰਗ ਸਿਸਟਮ। ਲਾਈਨੈਕਸ ਆਪਰੇਟਿੰਗ ਸਿਸਟਮ ਜਿਹੜਾ ਹੈਗਾ ਹੈ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈਗਾ ਹੈ।
ठीक है, जिन्हों असी एक सिंगल कंप्यूटर ते भी यूज कर सकते हैं, एक कंपनी द्वारा भी यूज किया जाता है। एक्चुअली जिहड़ा साडा मल्टी यूजर का ऑपरेटिंग सिस्टम सीगा यूनिक्स। यूनिक्स जिहड़ा बड़ा ही कंपलैक्स ऑपरेटिंग सिस्टम सीगा। सो यूनिक्स के कंपैटिबल एक ऑपरेटिंग सिस्टम लाइनक्स तैयार किया गया। लाइनक्स की यही एडवांटेज सीगी कि यह यूनिक्स नालों आसान सीगा, इंस्टॉल करना इनू आसान सीगा, यूज करना आसान सीगा। सो लाइनक्स दे विच कुछ ਇਹਦੇ ਜਿਹੜੀਆਂ ਬੇਸਿਕ ਫੀਚਰਸ ਹੈਗੇ ਨੇ ਉਹਨਾਂ ਨੂੰ ਅਸੀਂ ਦੇਖਦੇ ਆ। ਪਹਿਲਾ ਇਹਦਾ ਫੀਚਰ ਹੈਗਾ ਬੱਚੋ ਪੋਰਟੇਬਲ। ਠੀਕ ਆ, ਇੱਕ ਪੋਰਟੇਬਲ ਹੈਗਾ ਹੈ ਆਪਰੇਟਿੰਗ ਸਿਸਟਮ, ਮੀਨਸ ਕਿ ਕਿਸੇ ਵੀ ਹਾਰਡਵੇਅਰ ਦੇ ਉੱਪਰ ਇਹ ਕੰਮ ਕਰ ਜਾਂਦਾ ਹੈ। ਠੀਕ ਹੈ, ਤੁਹਾਡਾ ਚਾਹੇ ਹਾਰਡਵੇਅਰ ਕੋਈ ਵੀ ਹੋਵੇ, ਲਾਈਨਕਸ ਆਪਰੇਟਿੰਗ ਸਿਸਟਮ ਨੂੰ ਅਸੀਂ ਇੰਸਟਾਲ ਕਰ ਸਕਨੇ ਆ, ਉਹਨੂੰ ਅਸੀਂ ਯੂਜ਼ ਕਰ ਸਕਨੇ ਆ। ਇਹਦਾ ਜਿਹੜਾ ਆਰਕੀਟੈਕਚਰ ਕੋਈ ਇਸ ਤਰ੍ਹਾਂ ਦਾ ਹੈਗਾ ਹੈ, ਜਿਹੜਾ ਪੋਰਟੇਬਲ ਟਾਈਪ ਹੈਗਾ ਹੈ, ਹਾਰਡਵੇਅਰ ਪਲੇਟਫਾਰਮ ਤੇ ਅਸੀਂ ਕਿਸੇ ਤੇ ਵੀ ਇਹਨੂੰ ਇੰਸਟਾਲ ਕਰ ਸਕਨੇ ਆ। दूसरी ਇਹਦੀ ਇੰਪੋਰਟੈਂਟ ਚੀਜ਼ ਕੀ ਹੈਗੀ, ਓਪਨ ਸੋਰਸ ਹੈਗਾ ਬੱਚੋ। ਇਹਦੇ ਸਾਰੇ ਪ੍ਰੋਗਰਾਮ ਸਾਡੇ ਕੋਲ ਅਵੇਲੇਬਲ ਨੇ। ਅਸੀਂ ਜੇਕਰ ਸਾਨੂੰ ਆਪਰੇਟਿੰਗ ਸਿਸਟਮ ਦੀ ਪ੍ਰੋਗਰਾਮਿੰਗ ਆਉਂਦੀ ਹੈ ਤਾਂ ਅਸੀਂ ਆਪਣੇ ਅਕੋਰਡਿੰਗ ਵੀ ਇਹਦੇ ਵਿੱਚ ਚੇਂਜਸ ਕਰ ਸਕਦੇ ਹਾਂ। ਠੀਕ ਹੈ, ਜ਼ਿਆਦਾਤਰ ਸਾਡੇ ਜਿਹੜੇ ਓਪਨ ਸੋਰਸ ਪ੍ਰੋਗਰਾਮ ਬਹੁਤ ਘੱਟ ਸਾਨੂੰ ਮਿਲਦੇ ਨੇ, ਬਟ ਇਹ ਵਾਲਾ ਆਪਰੇਟਿੰਗ ਸਿਸਟਮ ਸਾਡਾ ਓਪਨ ਸੋਰਸ ਹੈਗਾ ਹੈ, ਜਿਹਦੇ ਵਿੱਚ ਲਗਾਤਾਰ ਅਜੇ ਵੀ ਐਡਵਾਂਸਮੈਂਟ ਚੱਲ ਰਹੀਆਂ ਨੇ, ਚੇਂਜਸ ਚੱਲ ਰਹੀਆਂ ਨੇ। ਅਸੀਂ ਖੁਦ ਵੀ ਆਪਣੀਆਂ ਚੇਂਜਸ ਕਰਕੇ ਆਪਣੇ ਅਕੋਰਡਿੰਗ ਜਿਹੜਾ ਹੈਗਾ ਹੈ ਆਪਰੇਟਿੰਗ ਸਿਸਟਮ ਜਿਹੜਾ ਉਹਨੂੰ ਡਿਜ਼ਾਈਨ ਕਰ ਸਕਦੇ ਹਾਂ। ਮਲਟੀ ਯੂਜ਼ਰ ਹੈਗਾ ਹੈ, ਮੋਰ ਦੈਨ ਵਨ ਯੂਜ਼ਰ ਐਟ ਅ ਟਾਈਮ ਤੇ ਕੰਮ ਕਰ ਸਕਦਾ ਹੈ। ਮਲਟੀ ਪ੍ਰੋਗਰਾਮਿੰਗ ਹੈ, ਜ਼ਿਆਦਾ ਪ੍ਰੋਗਰਾਮ ਐਟ ਅ ਟਾਈਮ ਤੇ ਰਨ ਹੋ ਸਕਦੇ ਨੇ ਵਿੰਡੋਜ਼ ਦੀ ਤਰ੍ਹਾਂ। ਇਹਦੇ ਵਿੱਚ ਬੱਚੋ ਸ਼ੈਲ ਹੁੰਦਾ ਹੈ ਜਿਹੜਾ ਅਸੀਂ ਯੂਜ਼ ਕਰਦੇ ਆ। ਸ਼ੈਲ ਕੀ ਹੁੰਦਾ ਇਹਦੇ ਵਿੱਚ, ਐਕਚੁਅਲੀ ਜਿਹੜਾ ਸਾਡਾ ਡਾਟਾ ਹੁੰਦਾ ਹੈ ਜਾਂ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਨੇ ਉਹ ਸ਼ੈਲ ਦੇ ਥਰੂ ਰਨ ਕੀਤੇ ਜਾਂਦੇ ਨੇ। ਸ਼ੈਲ ਦੇ ਨਾਲ ਹੀ ਸਾਡਾ ਜਿਹੜਾ ਹਾਰਡਵੇਅਰ ਦੇ ਉੱਪਰ ਜਿਹੜੇ ਪ੍ਰੋਗਰਾਮਸ ਦੀ ਐਗਜ਼ੀਕਿਊਸ਼ਨ ਉਹ ਕੀਤੀ ਜਾਂਦੀ ਹੈ। ਇਹਦਾ ਜਿਹੜਾ ਫਿਰ ਫਾਈਲ ਸਿਸਟਮ ਹੈਗਾ ਹੈ ਉਹ ਹਾਇਰਾਰਕੀਕਲ ਫਾਈਲ ਸਿਸਟਮ ਹੈਗਾ, ਟਰੀ ਬੇਸ ਹੈਗਾ ਹੈ। ਸਭ ਤੋਂ ਪਹਿਲਾਂ ਰੂਟ ਹੋਏਗਾ, रूट के उपर ओदियां फिर नैक्सट ब्रांचिज होणगियां डिफरेंट। इस वे दे नाल साडा सारा ऑपरेटिंग सिस्टम जिहड़ा वो काम करेगा। सिक्योरिटी इहदे विच फुल सिक्योरिटी हुंदी है, क्योंकि लाइनक्स लई बच्चों अजे तक देखा जाए तो बहुत घट कोई वायरस जिहड़ा बनिया होएगा लाइनक्स वास्ते, जबकि विंडो वास्ते बहुत ज़्यादा वायरस की जिहड़ी प्रॉब्लम आती है, क्योंकि ये ऑपरेटिंग सिस्टम जिहड़ा यूज होंदा है घट जगह ते यूज हो रहा है, इस करके इहदे लई अजे तक बहुत ज़्यादा जिहड़े सिक्योरिटी नूं हार्म करने वाले नहीं है। बाकी दा फाइल सिस्टम इस तरह का हैगा है कि इन फाइल सिस्टम नूं असीं चेंज नहीं कर सकते, ना ही फाइल सिस्टम नूं डायरैक्टली असैस किया जा सकता है। सो वायरस वगैरह इस तरह दी बड़ियां प्रॉब्लम जिहड़ियां इहदे च नहीं आंदियां। सो इहदा जिहड़ी सिक्योरिटी जिहड़ी आ हाई हुंदी है दूसरे ऑपरेटिंग सिस्टम दे कंपैरेटिवली। फिर बच्चों इहदा आर्कीटैक्चर असीं देखने आ लाइनक्स दा। आर्कीटैक्चर दे विच सब तो पहला की आएगा, कोर दे विच इहदा असीं हार्डवेयर लवांगे। हार्डवेयर जिहड़ा हैगा है बेसिक जिस तरह असीं कंप्यूटर दा यूज करते हैं, इनपुट आउटपुट हो गया, साडी मैमरी हो गई। ठीक है, साडे हार्डवेयर के उपर फिर जिहड़ी सैकेंड लेयर होएगी वो कर्नल दी होएगी। ठीक है, जिहड़ा डायरेक्टली हार्डवेयर के कॉन्टैक्ट दे विच होएगा। हार्डवेयर दे कोल कोई भी वर्किंग जिहड़ी इहदा कर्नल जिहड़ा हैगा है वो करवाउंदा है। कर्नल के उपर फिर नैक्सट लेयर साडे कोल शैल दी आ जाती है। शैल जिहड़ा हैगा है यूजर कोलों कमांड्स लैंदा है, शैल जिहड़ा उहनूं एग्जीक्यूट करेगा। शैल दे उपर फिर नैक्सट बच्चों साडे यूटिलिटीज प्रोग्राम वगैरह हो गए ਜਾਂ ਸਾਡੇ एप्लीकेशन प्रोग्राम हो गए ਜਾਂ कोई भी ਜਿਹੜਾ ਅਸੀਂ ਕੰਮ ਕਰਨਾ ਹੈ ਉਹ ਸ਼ੈਲ ਦੇ ਉੱਪਰ ਆ ਜਾਂਦਾ ਹੈ। ਐਕਚੁਅਲੀ ਪ੍ਰੋਗਰਾਮ ਜਿਹੜੀ ਆਪਣੀ ਰਿਕੁਆਇਰਮੈਂਟ ਹੈ ਸ਼ੈਲ ਨੂੰ ਦੇਗਾ, ਸ਼ੈਲ ਉਸ ਪ੍ਰੋਗਰਾਮ ਜਿਹੜੀ ਰਿਕੁਆਇਰਮੈਂਟ ਕਰਨਲ ਤੱਕ ਲੈ ਕੇ ਜਾਏਗਾ, ਕਰਨਲ ਉਹਨੂੰ ਹਾਰਡਵੇਅਰ ਦੇ ਉੱਪਰ ਇੰਪਲੀਮੈਂਟ ਕਰਕੇ ਰਨ ਕਰੇਗਾ। ਇਸ ਤਰ੍ਹਾਂ ਦਾ ਇਹਦਾ ਜਿਹੜਾ ਆਰਕੀਟੈਕਚਰ ਹੈਗਾ ਹੈ ਜਿਹਦੇ ਨਾਲ ਇਹ ਸਾਡਾ सारा यूनिक्स लाइनक्स जिहड़ा ऑपरेटिंग सिस्टम वो रन हुंदा है। नैक्सट बच्चों आ जाता है कंप्यूटर सिक्योरिटी। असीं कंप्यूटर नूं सिक्योर किस तरह करना है जां अपनी कंप्यूटर नूं सुरक्षा किस तरह मुहैया करवाउणी है, उहदे बारे थोड़ी जी जानकारी हासिल करते हैं। तुसीं बच्चों जेकर अपने कंप्यूटर ते इंटरनेट यूज़ कर रहे तो बड़ा खास ध्यान रखने की जरूरत होंदी है, क्योंकि कोई भी जिहड़ा साडा हैकर हैगा है वो की करेगा कि साडे कंप्यूटर नूं हैक कर लेगा बिना ये जाने हुए कि ये कंप्यूटर किसदा है, अपनी पहचान भी नहीं दिखाएगा। तो साडे कंप्यूटर के थ्रू बच्चों किसी होर नूं कोई ईमेल भेज सकता है ਜਾਂ किसी किस्म का थ्रेट कर सकता है ਜਾਂ किसी होर दे यूजर के डाटे नूं असैस कर सकता है, जिहदे च वो यूजर जिहड़ा वो तां छुपिया रहेगा, वो दिखाई नहीं देगा सामने। साडा जिहड़ा यूजर हैगा, साडा कंप्यूटर जिहड़ा हैगा है ਉਹ ਵਿੱਚ ਆ ਜਾਏਗਾ। ਜਿਸ ਤਰ੍ਹਾਂ ਅਸੀਂ ਦੂਸਰੇ ਦੇ ਕਿਸੇ ਦੇ ਕੰਪਿਊਟਰ ਨੂੰ ਹੈਕ ਕੀਤਾ ਹੈ ਉਹਦੇ ਵਿੱਚ ਜਿਹੜਾ ਪ੍ਰੋਬਲਮ ਹੈ ਉਹ ਸਾਡੇ ਲਈ ਕ੍ਰੀਏਟ ਹੋ ਜਾਏਗੀ।
ਸੋ ਇਹੋ ਜਿਹੀ ਚੀਜ਼ ਤੋਂ ਬਚਣ ਵਾਸਤੇ ਸਾਨੂੰ ਡਿਫਰੈਂਟ ਸਿਕਿਉਰਿਟੀ ਦੇ ਮੈਕੈਨਿਜ਼ਮ ਹੈਗੇ ਨੇ ਜਿਨ੍ਹਾਂ ਨੂੰ ਯੂਜ਼ ਕਰਨਾ ਪਏਗਾ, ਕਿਉਂਕਿ ਸਿਕਿਉਰਿਟੀ ਥ੍ਰੈਟ ਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਕੰਪਿਊਟਰ ਦੇ ਥਰੂ ਕੋਈ ਵੀ ਜਿਹੜਾ ਅਨਆਥੋਰਾਈਜ਼ਡ ਯੂਜ਼ਰ ਹੈਗਾ ਹੈ ਕਿਸੇ ਹੋਰ ਟੌਪ ਲੈਵਲ ਦੇ ਕਿਸੇ ਸਿਸਟਮ ਦੇ ਉੱਪਰ ਜੇਕਰ ਕੋਈ ਪ੍ਰੋਬਲਮ ਕ੍ਰੀਏਟ ਕਰਦਾ ਹੈ ਤਾਂ ਉਹਦੇ ਵਿੱਚ ਸਾਡਾ ਆਈਪੀ ਐਡਰੈਸ ਹੀ ਉਹਦੇ ਕੋਲ ਜਾਏਗਾ। ਉਹਦਾ ਆਈਪੀ ਐਡਰੈਸ ਜਿਹੜਾ ਉਹ ਛੁਪਿਆ ਰਹੇਗਾ, ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕੌਣ ਜਿਹੜਾ ਇਸ ਚੀਜ਼ ਨੂੰ ਖਰਾਬ ਕਰ ਗਿਆ ਹੈ। ਇਸ ਤਰ੍ਹਾਂ ਲੱਗੇਗਾ ਕਿ ਜਿਸ ਤਰ੍ਹਾਂ ਅਸੀਂ ਹੀ ਹੈਕਰ ਹੈਗੇ ਆ ਤੇ ਅਸੀਂ ਕਿਸੇ ਕੰਪਿਊਟਰ ਸਿਸਟਮ ਨੂੰ ਚੇਂਜ ਕਰ ਰਹੇ ਹਾਂ। ਸੋ ਇਹੋ ਜਿਹੀ ਚੀਜ਼ ਤੋਂ ਸਾਨੂੰ ਬਚਣਾ ਚਾਹੀਦਾ ਹੈ। ਇਹਦੇ ਵਿੱਚ ਬੱਚੋ ਸਭ ਤੋਂ ਪਹਿਲਾਂ ਕੀ ਆ ਜਾਂਦਾ ਹੈ, ਐਂਟੀਵਾਇਰਸ ਦੇ ਸੌਫਟਵੇਅਰ ਹੁੰਦੇ ਨੇ। ਵਾਇਰਸ ਬੱਚੋ ਕੀ ਕਰਦਾ ਹੈ, ਸਾਡੀਆਂ ਫਾਈਲਾਂ ਤੇ ਡਾਟੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸੋ ਐਂਟੀਵਾਇਰਸ ਸੌਫਟਵੇਅਰ ਜਿਹੜਾ ਅਪਡੇਟਡ ਐਂਟੀਵਾਇਰਸ ਸੌਫਟਵੇਅਰ ਹੀ ਪਾਉਣਾ ਚਾਹੀਦਾ, ਕਿਉਂਕਿ ਰੋਜ਼ ਦੇ ਬੜੀ ਤਰ੍ਹਾਂ ਦੇ ਨਵੇਂ ਵਾਇਰਸ ਜਿਹੜੇ ਡਿਵੈਲਪ ਹੋ ਰਹੇ ਨੇ। ਉਹ ਵਾਇਰਸ ਦੇ ਨਾਲ ਫਿਰ ਕੀ ਹੈਗਾ ਕਿ ਕੰਪਿਊਟਰਸ ਦੇ ਵਿੱਚ ਪ੍ਰੋਬਲਮ ਆਉਣ ਦਾ ਜਿਹੜਾ ਹਾਦਸੇ ਜ਼ਿਆਦਾ ਹੋ ਜਾਂਦੇ ਨੇ। ਸੋ ਸਾਨੂੰ ਜਿਹੜਾ ਅਪਡੇਟਡ ਐਂਟੀਵਾਇਰਸ ਹੋਵੇ ਉਹੀ ਇੰਸਟਾਲ ਕਰਨਾ ਚਾਹੀਦਾ ਹੈ। ਫ੍ਰੀ ਵੀ ਮਿਲ ਜਾਂਦੇ ਨੇ ਜਾਂ ਕੁਝ ਪੇਡ ਐਂਟੀਵਾਇਰਸ ਵੀ ਹੁੰਦੇ ਨੇ, ਕਿਉਂਕਿ ਐਂਟੀਵਾਇਰਸ ਦੇ ਨਾਲ ਸਾਡਾ ਡਾਟਾ ਤੇ ਫਾਈਲਾਂ ਜਿਹੜੀਆਂ ਉਹ ਸੇਵ ਰਹਿਣਗੀਆਂ, ਉਹਦੇ ਉੱਪਰ ਵਾਇਰਸ ਦਾ ਅਟੈਕ ਨਹੀਂ ਹੋਏਗਾ। ਉਹਦੇ ਬਾਅਦ ਨੈਕਸਟ ਸਾਡੇ ਕੋਲ ਐਂਟੀ ਸਪਾਈਵੇਅਰ ਜਿਹੜਾ ਹੈਗਾ ਉਹ ਵੀ ਇੰਸਟਾਲ ਕਰਨਾ ਚਾਹੀਦਾ ਹੈ। ਵਾਇਰਸ ਬੱਚੋ ਸਾਡੀਆਂ ਡਾਟਾ ਤੇ ਫਾਈਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਪਾਈਵੇਅਰ ਕੀ ਕਰਦੇ ਨੇ, ਇਹ ਆਟੋ ਜਨਰੇਟਡ ਪ੍ਰੋਗਰਾਮ ਹੁੰਦੇ ਨੇ, ਆਟੋ ਇੰਸਟਾਲਡ ਹੋ ਜਾਂਦੇ ਨੇ ਸਾਡੇ ਕੰਪਿਊਟਰ ਦੇ ਵਿੱਚ। ਤੇ ਸਾਡੇ ਕੰਪਿਊਟਰ ਦੇ ਵਿੱਚ ਜਿੰਨੀ ਵੀ ਸਾਡੀ ਜ਼ਰੂਰੀ ਜਾਣਕਾਰੀ ਹੈਗੀ ਆ, ਸਾਡੇ ਪਾਸਵਰਡਸ ਹੈਗੇ ਨੇ ਜਾਂ ਸਾਡੇ ਅਸੀਂ ਕੋਈ ਬੈਂਕ ਦੀ ਡਿਟੇਲ ਭਰੀ ਹੈ, ਕ੍ਰੈਡਿਟ ਕਾਰਡ ਦੀ ਡਿਟੇਲ ਭਰੀ ਹੈ, ਡੈਬਿਟ ਕਾਰਡ ਦੀ ਡਿਟੇਲ ਭਰੀ ਹੈ, ਉਹ ਸਾਰੀ ਡਿਟੇਲ ਨੂੰ ਸਰਵਰ ਦੇ ਉੱਪਰ ਅਪਲੋਡ ਕਰ ਦਿੰਦੇ ਨੇ। ਤੇ ਕੋਈ ਵੀ ਜਿਹੜਾ ਅਨਆਥੋਰਾਈਜ਼ਡ ਯੂਜ਼ਰ ਹੈਗਾ ਉਸ ਡਿਟੇਲ ਨੂੰ ਯੂਜ਼ ਕਰਕੇ ਸਾਨੂੰ ਜਿਹੜਾ ਨੁਕਸਾਨ ਪਹੁੰਚਾ ਸਕਦਾ ਹੈ। ਸੋ ਇਸ ਤਰ੍ਹਾਂ ਦੇ ਸਪਾਈਵੇਅਰ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹਨਾਂ ਨੂੰ ਆਪਣੇ ਕੰਪਿਊਟਰ ਤੇ ਚਲਾਉਣ ਤੋਂ ਸਾਨੂੰ ਬਚਾਉਣਾ ਚਾਹੀਦਾ ਹੈ। ਇਹਦੇ ਲਈ ਫਿਰ ਐਂਟੀ ਸਪਾਈਵੇਅਰ ਜਿਹੜੇ ਸੌਫਟਵੇਅਰ ਨੇ ਉਹਨਾਂ ਨੂੰ ਇੰਸਟਾਲ ਕਰਨਾ ਚਾਹੀਦਾ ਹੈ, ਤਾਂ ਕਿ ਕੋਈ ਵੀ ਸਪਾਈਵੇਅਰ ਜੇਕਰ ਸਾਡੇ ਕੰਪਿਊਟਰ ਦੇ ਵਿੱਚ ਖੁਦ ਇੰਸਟਾਲ ਹੋਣਾ ਚਾਹੇ ਤਾਂ ਐਂਟੀ ਸਪਾਈਵੇਅਰ ਉਹਨੂੰ ਇੰਸਟਾਲ ਨਹੀਂ ਹੋਣ ਦੇਗਾ, ਸਾਡੇ ਯੂਜ਼ਰ ਜਿਹੜਾ ਡਾਟਾ ਹੈਗਾ ਹੈ ਉਹਨੂੰ ਅਸੈਸ ਨਹੀਂ ਹੋਣ ਦੇਵੇਗਾ। ਨੈਕਸਟ ਬੱਚੋ ਇਹ ਆ ਜਾਂਦੀ ਪਾਸਵਰਡ ਪ੍ਰੋਟੈਕਸ਼ਨ। ਸਾਨੂੰ ਜਿਹੜੇ ਪਾਸਵਰਡ ਸਾਡੇ ਹੈਗੇ ਨੇ ਉਹ ਵਧੀਆ ਤਰੀਕੇ ਦੇ ਨਾਲ ਬਣਾਉਣੇ ਚਾਹੀਦੇ ਨੇ। ਪਾਸਵਰਡ ਹਮੇਸ਼ਾ ਕੰਬੀਨੇਸ਼ਨ ਦੇ ਨਾਲ ਬਣਾਉਣਾ ਚਾਹੀਦਾ ਹੈ, ਜਿਹਦੇ ਵਿੱਚ ਅਸੀਂ ਸਪੈਸ਼ਲ ਕਰੈਕਟਰ ਯੂਜ਼ ਕਰ ਸਕਦੇ ਹਾਂ, ਨੂਮੈਰਿਕ ਯੂਜ਼ ਕਰ ਸਕਦੇ ਹਾਂ ਤੇ ਅਲਫਾਬੈਟਸ ਯੂਜ਼ ਕਰ ਸਕਦੇ ਹਾਂ। ਕੋਈ ਵੀ ਪਾਸਵਰਡ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਆਪਣੀ ਡੇਟ ਆਫ ਬਰਥ ਰੱਖ ਲਈ ਜਾਂ ਆਪਣਾ ਕਾਮਨ ਨੇਮ ਰੱਖ ਲਿਆ। ਇਹ ਪਾਸਵਰਡ ਕਦੀ ਵੀ ਨਹੀਂ ਰੱਖਣੇ ਚਾਹੀਦੇ। ਪਾਸਵਰਡ ਹਮੇਸ਼ਾ ਉਹ ਹੋਣਾ ਚਾਹੀਦਾ ਹੈ ਜਿਹਨੂੰ ਕੋਈ ਵੀ ਯੂਜ਼ਰ ਜਲਦੀ ਅਸੈਸ ਨਾ ਕਰ ਸਕੇ, ਯੂਜ਼ਰ ਦੀ ਅਨਆਥੋਰਾਈਜ਼ਡ ਯੂਜ਼ਰ ਦੀ ਪਹੁੰਚ ਤੋਂ ਹਮੇਸ਼ਾ ਹੀ ਦੂਰ ਰਵੇ। ਠੀਕ ਹੈ। ਸੋ ਪਾਸਵਰਡ ਕਦੀ ਵੀ ਅਸੀਂ ਸਿੱਧਾ ਕੋਈ ਪਾਸਵਰਡ ਜਿਹੜਾ ਉਹ ਨਹੀਂ ਬਣਾ ਸਕਦੇ। ਸੋ ਪਾਸਵਰਡ ਹਮੇਸ਼ਾ ਕੰਬੀਨੇਸ਼ਨ ਲੈਟਰ ਦੇ ਨਾਲ ਕੋਈ ਵੱਖਰਾ ਜਿਹਾ ਪਾਸਵਰਡ ਬਣਾਉਣਾ ਚਾਹੀਦਾ ਹੈ ਜਿਹੜਾ ਕਿਸੇ ਦੀ ਪਹੁੰਚ ਤੋਂ ਵੀ ਦੂਰ ਹੋਵੇ। ਸੋ ਪਾਸਵਰਡ ਦੀ ਪ੍ਰੋਟੈਕਸ਼ਨ ਜਿਹੜੀ ਅਸੀਂ ਲਗਾ ਸਕਦੇ ਹਾਂ। ਫਿਰ ਅਪਲਾਈ ਨਿਊ ਅਪਡੇਟਸ, ਜਿੰਨੇ ਵੀ ਨਵੇਂ ਅਪਡੇਟਸ ਆਉਂਦੇ ਨੇ ਚਾਹੇ ਉਹ ਸਾਡੇ ਐਂਟੀਵਾਇਰਸ ਲਈ ਹੋਣ ਚਾਹੇ ਸਾਡੇ ਆਪਰੇਟਿੰਗ ਸਿਸਟਮ ਲਈ ਹੋਣ, ਉਹਨਾਂ ਅਪਡੇਟਸ ਨੂੰ ਹਮੇਸ਼ਾ ਇੰਸਟਾਲ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਉਹਨਾਂ ਅਪਡੇਟਸ ਦੇ ਨਾਲ ਕੀ ਹੁੰਦਾ ਹੈ ਕਿ ਨਵੀਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਜਾਂ ਕੋਈ ਨਵੇਂ ਤਰੀਕਿਆਂ ਦੇ ਨਾਲ ਕੋਈ ਵਾਇਰਸ ਜਿਹੜੇ ਡਿਵੈਲਪ ਹੋਏ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਲਾਸਟ ਦੇ ਬੱਚੋ ਵਿੱਚ ਆ ਜਾਂਦਾ ਫਾਇਰਵਾਲ। ਫਾਇਰਵਾਲ ਕੀ ਕਰਦੀ ਹੈਗੀ ਹੈ, ਕਈ ਵਾਰ ਕੀ ਹੁੰਦਾ ਬੱਚੋ, ਜਿਸ ਤਰ੍ਹਾਂ ਮੈਂ ਹੁਣੇ ਕਿਹਾ ਹੈਕਰ ਜਿਹੜੇ ਹੈਗੇ ਨੇ ਉਹ ਸਾਡੇ ਕੰਪਿਊਟਰ ਸਿਸਟਮ ਨੂੰ ਅਸੈਸ ਕਰ ਸਕਦੇ ਨੇ। ਫਾਇਰਵਾਲ ਸਾਨੂੰ ਹੈਕਰਸ ਤੋਂ ਬਚਾਉਂਦੀ ਹੈ। ਕੋਈ ਵੀ ਅਨਆਥੋਰਾਈਜ਼ਡ ਅਸੈਸ ਜੇਕਰ ਕਰਨੀ ਚਾਹੁੰਦਾ ਹੈ ਸਾਡੇ ਕੰਪਿਊਟਰ ਦੀ ਤਾਂ ਫਾਇਰਵਾਲ ਸਾਨੂੰ ਉਹਦੇ ਤੋਂ ਪ੍ਰੋਟੈਕਟ ਕਰਕੇ ਰੱਖੇਗੀ। ਫਾਇਰਵਾਲ ਕਿਸੇ ਕਿਸਮ ਦੇ ਵੀ ਅਨਆਥੋਰਾਈਜ਼ਡ ਅਸੈਸ ਨੂੰ ਅਸੈਸ ਨਹੀਂ ਹੋਣ ਦੇਵੇਗੀ। ਸੋ ਇਹ ਫਾਇਰਵਾਲ ਜਿਹੜਾ ਹੈਗਾ ਹੈ ਸਾਡੇ ਕੰਪਿਊਟਰ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ ਹੈਕਰਸ ਵਗੈਰਾ ਕੋਲੋਂ, ਤਾਂ ਕਿ ਉਹਨੂੰ ਅਸੈਸ ਨਾ ਕਰ ਸਕਣ। ਸੋ ਇਹਦੇ ਵਿੱਚ ਬੱਚੋ ਜਿਸ ਤਰ੍ਹਾਂ ਐਂਟੀਵਾਇਰਸ ਹੈਗਾ ਹੈ, ਐਂਟੀਵਾਇਰਸ ਦਾ ਮੇਨ ਕੰਮ ਕੀ ਹੈਗਾ ਹੈ ਕਿ ਵਾਇਰਸ ਤੋਂ ਪ੍ਰੋਟੈਕਟ ਕਰਨਾ, ਸਾਡੀਆਂ ਡਾਟਾ ਤੇ ਫਾਈਲਾਂ ਨੂੰ ਬਚਾ ਕੇ ਰੱਖਣਾ। ਸਪਾਈਵੇਅਰ ਕੀ ਕਰੇਗਾ, ਸਪਾਈਵੇਅਰ ਜਿਹੜੇ ਆਟੋ ਜਿਹੜੇ ਇੰਸਟਾਲਡ ਪ੍ਰੋਗਰਾਮ ਹੋਣਗੇ, ਆਪਣੇ ਆਪ ਪ੍ਰੋਗਰਾਮ ਇੰਸਟਾਲ ਹੋ ਜਾਂਦੇ ਨੇ ਸਾਡੇ ਕੰਪਿਊਟਰ ਦੇ ਵਿੱਚ ਜੋ ਸਾਡਾ ਜ਼ਰੂਰੀ ਡਾਟਾ ਅਸੈਸ ਕਰਕੇ ਸਰਵਰ ਨੂੰ ਭੇਜਦੇ ਨੇ, ਉਹਨਾਂ ਤੋਂ ਸਾਨੂੰ ਬਚਾ ਕੇ ਰੱਖੇਗਾ। ਫਾਇਰਵਾਲ ਕੀ ਕਰੇਗੀ, ਕਿਸੇ ਵੀ ਕਿਸਮ ਦੇ ਅਨਆਥੋਰਾਈਜ਼ਡ ਅਸੈਸ ਤੋਂ ਸਾਨੂੰ ਬਚਾਏਗੀ, ਤਾਂ ਕਿ ਕੋਈ ਹੈਕਰ ਜਿਹੜਾ ਹੈਗਾ ਹੈ ਸਾਡੇ ਕੰਪਿਊਟਰ ਨੂੰ ਹੈਕ ਕਰਕੇ ਸਾਡੇ ਕੰਪਿਊਟਰ ਨੂੰ ਯੂਜ਼ ਕਰਕੇ ਕਿਸੇ ਹੋਰ ਨੂੰ ਥ੍ਰੈਟ ਨਾ ਕਰ ਸਕੇ, ਕਿਉਂਕਿ ਉਹ ਜਿਹੜਾ ਥ੍ਰੈਟ ਲੱਗੇਗਾ ਜਿਸ ਤਰ੍ਹਾਂ ਅਸੀਂ ਕੀਤਾ ਹੈ ਤੇ ਅਸੀਂ ਉਹਦੇ ਵਿੱਚ ਫਸਾਂਗੇ। ਸੋ ਇਹ ਫਾਇਰਵਾਲ ਸਾਨੂੰ ਅਨਆਥੋਰਾਈਜ਼ਡ ਅਸੈਸ ਤੋਂ ਬਚਾਉਂਦੀ ਹੈ। ਸੋ ਇਹ ਬੱਚੋ ਸਾਡਾ ਹੈਗਾ ਸੀ ਆਪਰੇਟਿੰਗ ਸਿਸਟਮ। ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਏਗੀ। ਸੋ ਮੈਂ ਆਪਣੀ ਨੈਕਸਟ ਵੀਡੀਓ ਲੈ ਕੇ ਬਹੁਤ ਜਲਦ ਤੁਹਾਡੇ ਕੋਲ ਆਵਾਂਗਾ। ਥੈਂਕ ਯੂ।